ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ, ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵੇ ਨਮਹਿ। ਮਨ ਮਹਿ ਚਿਤਵਉ ਚਿਤਵਨੀ, ਉਦਮ ਕਰਉ ਉਠ ਨੀਤ। ਹਰਿ ਕੀਰਤਨ ਕਾਇਆ ਹਰੋ, ਹਰਿ ਦੇਹੋ ਨਾਨਕ ਕੇ ਮੀਤ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਸਾਚੇ ਜਗ ਕਾਚਾ ਜੀ, ਸਾਚੇ ਜਗ ਕਾਚਾ ਜੀ। ਬਿਨ ਸਾਚੇ ਜਗ ਕਾਚਾ, ਜਗ ਕਾਚਾ ਜੀ। ਬਿਨ ਸਾਚੇ ਜਗ ਕਾਚਾ ਜੀ, ਬਿਨ ਸਾਚੇ ਜਗ ਕਾਚਾ ਜੀ। ਬਿਨ ਸਾਚੇ ਜਗ ਕਾਚਾ ਜੀ, ਬਿਨ ਸਾਚੇ ਜਗ ਕਾਚਾ ਜੀ। ਸਾਚੇ ਜਗ ਕਾਚਾ ਜੀ, ਬਿਨ ਸਾਚੇ ਜਗ ਕਾਚਾ ਜੀ। ਬਿਨ ਸਾਚੇ ਜਗ ਕਾਚਾ ਜੀ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ ਜੀ। ਸਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇਕ ਜੋਤੀ। ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਣਕ ਮੋਤੀ। ਸਮਝੈ ਸੂਝੈ ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ। ਪਰਮ ਸਤਿਕਾਰਯੋਗ ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਅਦਬ ਸਤਿਕਾਰ ਸਹਿਤ ਗੁਰ ਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦਾਤਾਰ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਆਪਾਂ ਸਾਰਿਆਂ ਨੂੰ ਨਿਤ ਰੋਜ਼ ਦੀ ਤਰ੍ਹਾਂ ਸਤਸੰਗਤ ਦਾ ਸੁਭਾਗ ਸਮਾਂ ਹਜ਼ੂਰ ਦੀ ਰਹਿਮਤ ਸਦਕਾ ਪ੍ਰਾਪਤ ਹੋਇਆ ਹੈ। ਆਪ ਸਭ ਮਾਈ ਭਾਈ ਆਪਣੇ ਸਮੇਂ ਨੂੰ ਸਫਲਿਆਂ ਕਰਨ ਵਾਸਤੇ ਉਹਨਾਂ ਮਹਾਨ ਮਹਾਂਪੁਰਖਾਂ ਦੇ ਪਵਿੱਤਰ ਜੀਵਨਾਂ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਸੁਰਤੀ ਬਿਰਤੀ ਨੂੰ ਜੋੜ ਕਰਕੇ ਬੈਠੇ ਹਾਂ। ਮਹਾਨ ਤਪਸਵੀ ਮਹਾਨ ਮਹਾਂਪੁਰਖ ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ, ਜਿਨ੍ਹਾਂ ਦੇ ਪਵਿੱਤਰ ਜੀਵਨ ਦੀ ਆਪਾਂ ਵਿਚਾਰ ਕਰ ਰਹੇ ਹਾਂ, ਉਹਨਾਂ ਦੇ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ। ਧੰਨ ਬਾਬਾ ਫਰੀਦ ਸਾਹਿਬ ਜੀ ਜੋ ਕਿ ਕਰਮਾਂ ਦੀ ਬਾਬਤ ਆਪਣੇ ਪਾਵਨ ਬਚਨਾਂ ਦੇ ਵਿੱਚ ਫਰਮਾਨ ਕਰਦੇ ਨੇ, ਫਰੀਦਾ ਲੋੜ ਹੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ। ਕਿੱਡੀ ਸੋਹਣੀ ਸਿੱਖਿਆ ਦਿੱਤੀ ਹੈ ਕਿ ਮਨੁੱਖ ਚਾਹੁੰਦਾ ਕੁਛ ਹੋਰ ਹੈ ਤੇ ਕਰਦਾ ਕੁਛ ਹੋਰ ਹੈ। ਅਸੀਂ ਤੁਸੀਂ ਕੋਈ ਵੀ ਆਪਣੇ ਆਪ ਵਾਸਤੇ ਕਦੇ ਦੁੱਖ ਨਹੀਂ ਚਾਹੁੰਦੇ, ਕਦੇ ਨਿਰਾਸ਼ਾ ਨਹੀਂ ਚਾਹੁੰਦੇ, ਕਦੇ ਹਾਰ ਨਹੀਂ ਚਾਹੁੰਦੇ, ਕਦੇ ਢਹਿਣਾ ਨਹੀਂ ਚਾਹੁੰਦੇ, ਕਦੇ ਘਾਟਾ ਨਹੀਂ ਪ੍ਰਵਾਨ ਕਰਦੇ ਆਪਾਂ। ਪਰ ਬਾਬਾ ਜੀ ਕਹਿੰਦੇ ਨੇ ਜੋ ਤੂੰ ਚਾਹੁੰਦਾ ਕਦੇ ਇਹ ਸੋਚ ਵੀ ਉਦਾਂ ਦਾ ਕਰਮ ਵੀ ਬੀਜਿਆ। ਬੀਜਦਾ ਕੁਛ ਹੋਰ ਹੈ ਤੇ ਵੱਢਣਾ ਕੁਛ ਹੋਰ ਚਾਹੁੰਦਾ ਹੈ। ਇੱਕ ਕਿਸਾਨ ਦੀ ਮਿਸਾਲ ਬਾਬਾ ਜੀ ਨੇ ਇੱਥੇ ਦਿੱਤੀ ਹੈ। ਕਹਿੰਦੇ ਇੱਕ ਜ਼ਿਮੀਂਦਾਰ ਕਿੱਕਰਾਂ ਦੇ ਬੀਜ ਬੀਜ ਰਿਹਾ ਹੈ। ਉਹਨੂੰ ਕੋਈ ਰਾਹੀ ਪੁੱਛਦਾ ਹੈ ਕਿ ਤੂੰ ਕੀ ਕਰ ਰਿਹਾ ਹੈ? ਉਹ ਕਹਿੰਦਾ ਵੀ ਮੈਂ ਜਿਹੜੀ ਫਸਲ ਬੀਜ ਰਿਹਾ ਇਹਨੂੰ ਬਜੌਰ ਦੇਸ਼ ਦੀਆਂ ਜਿਵੇਂ ਸੋਹਣੀਆਂ ਦਾਖਾਂ ਹੁੰਦੀਆਂ ਨੇ ਉਹੋ ਜਿਹੀਆਂ ਦਾਖਾਂ ਲੱਗਣਗੀਆਂ। ਵੇਖਣ ਵਾਲਾ ਰਾਹੀ ਸੋਝੀ ਵਾਲਾ ਹੈ। ਉਹ ਕਹਿੰਦਾ ਵੀਰ ਤੂੰ ਜੋ ਬੀਜ ਰਿਹਾ ਇਹ ਬੀਜ ਦਾਖਾਂ ਦੇ ਨਹੀਂ, ਇਹ ਬੀਜ ਤੇ ਕਿੱਕਰਾਂ ਦੇ ਨੇ ਤੇ ਕਿੱਕਰਾਂ ਨੂੰ ਸੂਲਾਂ ਲੱਗਦੀਆਂ ਨੇ। ਜੋ ਤੂੰ ਬੀਜ ਰਿਹਾ ਉਹ ਬੀਜ ਪੁੰਗਰੇਗਾ, ਉਹ ਬੀਜ ਧਰਤ ਤੋਂ ਬਾਹਰ ਆਏਗਾ, ਉਹ ਆਪਣਾ ਰੂਪ ਵਿਖਾਏਗਾ। ਜਦੋਂ ਉਹ ਬੀਜ ਦਰਖਤ ਦਾ ਰੂਪ ਬਣ ਗਿਆ ਫੇਰ ਉਹਦੇ ਅੱਗੇ ਭਾਵੇਂ ਤਰਲੇ ਕਰੀ ਜਾਓ, ਮਿੰਨਤਾਂ ਕਰੀ ਜਾਓ, ਤੇ ਵੀ ਜਿਹਨੂੰ ਸੂਲਾਂ ਲੱਗਦੀਆਂ ਨੇ ਉਹਨੂੰ ਦਾਖਾਂ ਲੱਗਣੀਆਂ ਸ਼ੁਰੂ ਹੋ ਜਾਣ, ਤੇ ਇਹ ਨਹੀਂ ਹੋ ਸਕਦਾ। ਮਿਸਾਲ ਹੈ ਇੱਕ ਰੁੱਖ ਦੀ, ਮਿਸਾਲ ਹੈ ਇੱਕ ਦਰਖਤ ਦੀ, ਪਰ ਸਿੱਖਿਆ ਹੈ ਰੂਹਾਨੀ। ਰੂਹਾਨੀ ਸਿੱਖਿਆ ਕੀ ਹੈ ਵੀ ਬੰਦਾ ਜਿਹੋ ਜਿਹੇ ਕਰਮਾਂ ਦੀ ਫਸਲ ਬੀਜਦਾ ਉਹਨੂੰ ਉਹੋ ਜਿਹਾ ਫਲ ਵੱਢਣਾ ਪੈਂਦਾ ਹੈ, ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ। ਜੇ ਫਸਲ ਬੀਜੀ ਹੈ ਕਣਕ ਦੀ ਤੇ ਕੋਈ ਆਖੇ ਵੀ ਮੈਂ ਬੀਜ ਤਾਂ ਕਣਕ ਦਾ ਬੀਜਿਆ ਪਰ ਮੈਂ ਇੱਥੋਂ ਕਮਾਦ ਵੱਢਣਾ, ਤੇ ਇਦਾਂ ਤਾਂ ਹੋ ਨਹੀਂ ਸਕਦਾ। ਜੇ ਕੋਈ ਜਵਾਰ ਬੀਜ ਕੇ ਕਹੇ ਵੀ ਮੈਂ ਇੱਥੋਂ ਕਣਕ ਵੱਢਣੀ ਹੈ ਤੇ ਇਦਾਂ ਹੋ ਨਹੀਂ ਸਕਦਾ। ਜੋ ਬੀਜ ਪਾਇਆ ਹੈ ਉਹੀ ਫਸਲ ਉੱਗੇਗੀ। ਤੇ ਬਾਬਾ ਜੀ ਕਹਿੰਦੇ ਨੇ ਦੇਖੋ, ਕਹਿੰਦੇ ਲੋੜ ਹੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ। ਇੱਕ ਜੱਟ ਕਿੱਕਰਾਂ ਦੇ ਬੀਜ ਬੀਜਦਾ ਤੇ ਭਾਲਦਾ ਹੈ ਬਜੌਰ ਦੀਆਂ ਦਾਖਾਂ। ਬਿਲਕੁਲ ਸਾਡਾ ਇਹੀ ਹਾਲ ਹੈ। ਕਰਮ ਤਾਂ ਮਾੜੇ ਕਰਦੇ ਹਾਂ ਪਰ ਉਹਨਾਂ ਦਾ ਫਲ ਜਿਹੜਾ ਹੈ ਉਹ ਚੰਗਾ ਭਾਲਦੇ ਹਾਂ। ਸਾਨੂੰ ਕਦੇ ਘਾਟਾ ਨਾ ਪਵੇ, ਸਾਨੂੰ ਕਦੇ ਨਿਰਾਸ਼ਾ ਨਾ ਮਿਲੇ, ਸਾਨੂੰ ਕਦੇ ਬਿਮਾਰੀ ਨਾ ਚਿੰਬੜੇ, ਸਾਨੂੰ ਕਦੇ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ। ਪਰ ਕਦੇ ਇਹ ਵਿਚਾਰ ਹੀ ਨਹੀਂ ਕੀਤੀ ਵੀ ਜੋ ਅਸੀਂ ਕਰਦੇ ਹਾਂ, ਜੋ ਸਾਡਾ ਜੀਵਨ ਹੈ, ਜੋ ਸਾਡਾ ਕਰਮ ਕਰਤੂਤ ਅਸੀਂ ਸਮਾਜ ਦੇ ਵਿੱਚ ਰਹਿੰਦਿਆਂ ਕਰਦੇ ਹਾਂ, ਉਹਦਾ ਫਲ ਕੀ ਹੋਊਗਾ। ਪਰਮੇਸ਼ਰ ਦੇ ਘਰ ਤਾਂ ਉੱਥੇ ਸੱਚੇ ਹੀ ਸੱਚ ਨਿਬੜੈ, ਉੱਥੇ ਸੱਚ ਦਾ ਨਿਬੇੜਾ ਹੁੰਦਾ ਹੈ।
ਉੱਥੇ ਝੂਠ ਨਹੀਂ ਚੱਲਦਾ। ਤੇ ਬਾਬਾ ਜੀ ਕਹਿੰਦੇ ਨੇ ਹੰਡੈ ਉੱਨ ਕਤਾਏ ਦਾ ਪੈਦਾ ਲੋੜ ਹੈ ਪੱਟ। ਪੱਟ ਕਹਿੰਦੇ ਨੇ ਰੇਸ਼ਮ ਨੂੰ। ਕਹਿੰਦੇ ਚੱਕੀ ਉੱਨ ਫਿਰਦਾ ਹੈ, ਚੱਕੀ ਸੂਤ ਫਿਰਦਾ ਹੈ ਤੇ ਚਾਹੁੰਦਾ ਹੈ ਵੀ ਮੈਂ ਰੇਸ਼ਮ ਪਹਿਨਣਾ ਹੈ। ਇੱਦਾਂ ਨਹੀਂ ਹੋ ਸਕਦਾ। ਇਹ ਕਰਮਾਂ ਦੀ ਖੇਤੀ ਜਿਹੋ ਜੀ ਤੂੰ ਬੀਜੇਗਾ ਪਿਆਰਿਆ, ਉਹੋ ਜੀ ਤੈਨੂੰ ਵੱਢਣੀ ਪਏਗੀ। ਕਿੱਥੋਂ ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। ਕਿੱਥੋਂ ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ। ਕਿੱਥੋਂ ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ। ਕਿੱਥੋਂ ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। ਕਿੱਥੋਂ ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। 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 ਕਿੱਥੋਂ ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। ਕਿੱਥੋਂ ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। ਕਿੱਥੋਂ ਭਾਲਦੇ ਬਾਜ਼ਾਰ ਦੀਆਂ ਦਾਖਾਂ, ਕਿਕਰਾਂ ਦੇ ਬੀਜ ਬੀਜ ਕੇ। ਇਹ ਕਰਮਾਂ ਦੀ ਖੇਤੀ ਹੈ, ਜਿਹੋ ਜੀ ਬੀਜਾਂਗੇ ਉਹੋ ਜੀ ਵੱਢਣੀ ਪਏਗੀ। ਬਾਬਾ ਜੀ ਕਹਿੰਦੇ ਨੇ ਇਸ ਗੱਲੋਂ ਸਾਵਧਾਨ ਹੋ ਕੇ ਰਹਿ, ਕਰਮ ਕਰਨ ਤੋਂ ਪਹਿਲਾਂ ਵਿਚਾਰ ਕਰ ਸੋਚ। ਬਾਬਾ ਫਰੀਦ ਸਾਹਿਬ ਜੀ ਇੱਕ ਵਾਰੀ ਤੁਰੇ ਜਾ ਰਹੇ ਸੀ, ਕਿਸੇ ਨਗਰ ਦੇ ਨਜ਼ਦੀਕ ਪਹੁੰਚੇ। ਪੁਰਾਣੇ ਸਮਿਆਂ ਦੇ ਵਿੱਚ ਸ਼ਹਿਰਾਂ ਦੇ ਵੱਡੇ ਦਰਵਾਜ਼ੇ ਬਣੇ ਹੁੰਦੇ, ਰਾਜੇ ਲੋਕਾਂ ਨੇ ਬਣਵਾਏ ਹੁੰਦੇ। ਉਹਨਾਂ ਦਰਵਾਜ਼ਿਆਂ ਤੇ ਘੜਿਆਲ ਟੰਗੇ ਹੁੰਦੇ ਸੀ। ਸਮੇਂ ਦਾ ਅੰਦਾਜ਼ਾ ਦੱਸਣ ਵਾਸਤੇ ਉੱਥੇ ਇੱਕ ਵਿਅਕਤੀ ਦੀ ਪੱਕੀ ਡਿਊਟੀ ਹੁੰਦੀ ਸੀ। ਦਿਨ ਦੇ ਪਹਿਰ ਜਿਵੇਂ ਜਿਵੇਂ ਬੀਤਦੇ ਤੇ ਘੜਿਆਲ ਦੇ ਉੱਤੇ ਸੱਟ ਲਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਸੀ ਵੀ ਇੰਨੇ ਪਹਿਰ, ਇੰਨੀਆਂ ਘੜੀਆਂ ਦਿਨ ਬੀਤ ਗਿਆ। ਬਾਬਾ ਜੀ ਇੱਕ ਨਗਰ ਦੇ ਕੋਲ ਜਦੋਂ ਗਏ, ਕੁਦਰਤੀ ਉਹ ਘੜਿਆਲ ਖੜਕਾਉਣ ਵਾਲੇ ਦਾ ਘੜਿਆਲ ਖੜਕਾਉਣ ਦਾ ਸਮਾਂ ਹੋ ਗਿਆ ਤੇ ਉਹਨੇ ਹਥੌੜੇ ਦੇ ਨਾਲ ਘੜਿਆਲ ਤੇ ਸੱਟਾਂ ਲਾਉਣੀਆਂ ਸ਼ੁਰੂ ਕੀਤੀਆਂ। ਬਾਬਾ ਜੀ ਵੇਖਦੇ ਆਏ ਤੇ ਬਾਬਾ ਜੀ ਦੇ ਮਨ ਵਿੱਚ ਬੜਾ ਵਿਰਾਗ ਆਇਆ। ਬਾਬਾ ਜੀ ਬਚਨ ਕਰਦੇ ਮਰੀਦਾਂ ਦੇ ਨਾਲ, ਕਹਿੰਦੇ ਵੇਖੋ ਉਹ ਘੜਿਆਲ ਦਾ ਕਸੂਰ ਕੋਈ ਨਹੀਂ, ਉਹਨੂੰ ਫੇਰ ਵੀ ਕਿਵੇਂ ਕੁੱਟਿਆ ਜਾ ਰਿਹਾ ਹੈ। ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਕੁੱਟ ਪੈਂਦੀ, ਕਿੰਨੀ ਵਾਰ ਕੁੱਟ ਪੈਂਦੀ ਹੈ। ਕਹਿੰਦੇ ਇਹਦਾ ਗੁਨਾਹ ਕੋਈ ਨਹੀਂ, ਇਹਦਾ ਕਸੂਰ ਕੋਈ ਨਹੀਂ। ਵੇਖੋ ਕਹਿੰਦੇ ਇੱਥੇ ਤੇ ਬੇਗੁਨਾਹਾਂ ਨੂੰ ਕੁੱਟ ਪੈਂਦੀ ਹੈ, ਜਿਹੜੇ ਕਸੂਰਵਾਰ ਹੁੰਦੇ ਨੇ ਉਹ ਕਿਵੇਂ ਬਚ ਜਾਣਗੇ? ਤੇ ਬੇਗੁਨਾਹਾਂ ਦੇ ਵੀ ਪੈ ਜਾਂਦੀਆਂ ਨੇ।
ਕਸੂਰਵਾਰ ਕਿਵੇਂ ਬਚ ਜਾਣਗੇ? ਬਾਬਾ ਜੀ ਨੇ ਸ਼ਲੋਕ ਉਚਾਰਨ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਫਰੀਦਾ ਦਰ ਦਰਵਾਜੇ ਜਾਏ ਕਹਿ ਕਿਉਂ ਡਿਠੋ ਘੜਿਆਲ, ਇਹ ਹੁਨੇ ਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ। ਸਾਡਾ ਦੋਸ਼ੀਆਂ ਦਾ ਕੀ ਹਾਲ ਹੋਏਗਾ? ਇੱਥੇ ਤੇ ਨਿਰਦੋਸ਼ੇ ਮਾਰੇ ਜਾਂਦੇ ਆ। ਤੋ ਇਹ ਕਰਮਾਂ ਦੀ ਜਿਹੜੀ ਖੇਤੀ ਹੈ ਉਹ ਸਾਧ ਸੰਗਤ ਜੀ ਹਰੇਕ ਨੂੰ ਵੱਢਣੀ ਪੈਂਦੀ ਹੈ। ਖੈਰ, ਜੋ ਬਾਬਾ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਆਪਾਂ ਕਰ ਰਹੇ ਹਾਂ, ਅੱਜ ਸੂਹੀ ਰਾਗ ਦੇ ਸ਼ਬਦ ਦੀ ਵਿਚਾਰ ਆਪਾਂ ਕਰਨੀ ਹੈ, ਜਿਹਦੇ ਵਿੱਚ ਧੰਨ ਬਾਬਾ ਫਰੀਦ ਸਾਹਿਬ ਜੀ ਬਹੁਤ ਬੈਰਾਗ ਦੀ ਬਾਤ ਕਰਦੇ ਹੈ ਵੀ ਮੈਨੂੰ ਆਪਣੇ ਮਾਲਕ ਦੀ ਢੂੰਡ ਹੈ, ਮੈਨੂੰ ਆਪਣੇ ਮਾਲਕ ਦੀ ਭਾਲ ਹੈ। ਉਸ ਭਾਲ ਦੇ ਵਿੱਚ, ਉਸ ਵਿਜੋਗ ਦੇ ਵਿੱਚ, ਉਸ ਵਿਛੋੜੇ ਦੀ ਅੱਗ ਦੇ ਵਿੱਚ ਪ੍ਰੇਮੀ ਦਾ, ਜਗਿਆਸੂ ਦਾ ਕੀ ਹਾਲ ਹੁੰਦਾ ਹੈ, ਉਸ ਅਵਸਥਾ ਨੂੰ ਬਾਬਾ ਫਰੀਦ ਸਾਹਿਬ ਜੀ ਨੇ ਇਸ ਸ਼ਬਦ ਦੁਆਰਾ ਦਰਸਾਉਣਾ ਕੀਤਾ ਹੈ ਵੀ ਜਦੋਂ ਰੱਬ ਦੇ ਮਿਲਣ ਦੀ ਤੜਫ, ਪਰਮਾਤਮਾ ਦੇ ਮਿਲਣ ਦੀ ਤੜਫ ਅੰਦਰ ਬਹੁਤ ਜ਼ਿਆਦਾ ਹੋਵੇ ਤੇ ਫਿਰ ਜਗਿਆਸੂ ਦਾ ਕੀ ਹਾਲ ਹੁੰਦਾ ਹੈ, ਉਹਨੂੰ ਸੰਸਾਰ ਦਾ ਕੋਈ ਸੁੱਖ, ਕੋਈ ਖੁਸ਼ੀ ਚੰਗੀ ਨਹੀਂ ਲੱਗਦੀ। ਆਓ ਬਾਬਾ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਆਪਾਂ ਬੜੇ ਪ੍ਰੇਮ ਦੇ ਨਾਲ ਇੱਕ ਇੱਕ ਪੰਕਤੀ ਸਰਵਣ ਕਰੀਏ। ਮਹਾਂਪੁਰਖ ਕੀ ਆਪਾਂ ਨੂੰ ਉਪਦੇਸ਼ ਦਿੰਦੇ ਨੇ, ਪ੍ਰੇਮ ਦੇ ਨਾਲ ਸਰਵਣ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਪ ਤਪ ਲੋ ਲੋ ਹਾਥ ਮਰੋਰਾ। ਬਾਬਲ ਹੋਈ ਸੋ ਸੋਹਲੋਰਾ। ਇੱਕ ਵਾਰੀ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਪ੍ਰੇਮੀ ਜਗਿਆਸੂ ਦੇ ਹਿਰਦੇ ਦੀ ਤੜਫ, ਤਪ ਤਪ ਲੋਹੇ ਲੋਹੇ ਹਾਥ ਮਰੋਰਾ। ਕਹਿੰਦੇ ਬੜੇ ਸਾਧਨ ਕੀਤੇ ਹੈ, ਬੜੇ ਯਤਨ ਕੀਤੇ ਹੈ, ਪੁੱਠਾ ਲਮਕਿਆਂ ਖੂਹਾਂ ਦੇ ਵਿੱਚ ਸਾਲਾਂ ਬੱਧੀ ਆਪਣੇ ਸਰੀਰ ਨੂੰ ਕਸ਼ਟ ਦਿੱਤਾ ਹੈ, ਆਪਣੇ ਸਰੀਰ ਨੂੰ ਤਤਿਕਸ਼ਾ ਦੀ ਭੱਠੀ ਵਿੱਚ ਸਾੜਿਆ ਹੈ। ਲਗਾਤਾਰ ਇਸ ਬਿਰਹਾ ਦੀ ਅੱਗ ਦੇ ਵਿੱਚ ਸੜ ਰਿਹਾ ਹੈ। ਲੋਹੇ ਲੋਹੇ ਹਾਥ ਮਰੋੜਾਂ, ਹੱਥ ਧੁਣ ਰਿਹਾ, ਹੱਥ ਮਰੋੜ ਰਿਹਾ ਹਾਂ ਲਗਾਤਾਰ। ਬਾਵਲ ਹੋਈ ਸੋ ਸਹੁ ਲੋਰਾਂ, ਬਾਵਲ ਝੱਲੀ ਹੋ ਕੇ ਕਮਲਿਆਂ ਵਾਲੀ ਹਾਲਤ ਮੇਰੀ ਹੋਈ ਵੀ ਹੈ ਤੇ ਮੈਂ ਆਪਣੇ ਮਾਲਕ ਨੂੰ ਸੋ ਸਹੁ ਲੋਰਾਂ, ਮੈਂ ਆਪਣੇ ਮਾਲਕ ਨੂੰ ਲੱਭਦੀ ਫਿਰਦੀ ਹਾਂ, ਢੂੰਡਦੀ ਫਿਰਦੀ ਹਾਂ। ਬੜੇ ਯਤਨ ਕੀਤੇ ਨੇ, ਬੜੇ ਸਾਧਨ ਸਾਧੇ ਨੇ। ਜੰਗਲਾਂ ਦੇ ਵਿੱਚ ਭਵਿਆਂ, ਪੁੱਠਾ ਲਟਕਿਆਂ, ਭੁੱਖਾ ਰਿਹਾ, ਸਰੀਰ ਤੇ ਬਹੁਤ ਕਸ਼ਟ ਝੱਲਿਆ, ਪਰ ਕੋਈ ਪ੍ਰਾਪਤੀ ਨਾ ਹੁੰਦੀ ਵੇਖ ਕੇ ਤੇ ਫਿਰ ਹਾਥ ਮਰੋੜਾਂ। ਜਿਵੇਂ ਕਿਸੇ ਗੱਲ ਦੇ ਵਿੱਚ ਕਾਮਯਾਬ ਨਾ ਆਪਾਂ ਹੋ ਰਹੇ ਹੋਈਏ ਤੇ ਨਾਕਾਮਯਾਬੀ ਜਦੋਂ ਹੱਥ ਲੱਗਦੀ ਹੋਵੇ ਤੇ ਫਿਰ ਪਛਤਾਵੇ ਦੇ ਵਿੱਚ ਹੱਥ ਮਰੋੜੀਦੇ ਆ। ਤੇ ਕਹਿੰਦੇ ਮੈਂ ਇਦਾਂ ਹੱਥ ਮਰੋੜਦਾ ਹਾਂ, ਕਾਮਯਾਬੀ ਨਹੀਂ ਮਿਲ ਰਹੀ, ਅੱਲਾ ਦਾ ਦੀਦਾਰ ਨਹੀਂ ਹੋ ਰਿਹਾ। ਬਾਵਲ ਹੋਈ ਸੋ ਸਹਲੋਰਾਂ, ਆਪਣੇ ਪ੍ਰਭੂ ਰੂਪੀ ਕੰਤ ਨੂੰ ਭਾਲਦੀ ਹੋਈ ਮੈਂ ਕਮਲੀ ਹੋ ਗਈ ਹਾਂ। ਤੈ ਸਹਿ ਮਨ ਮਹਿ ਕੀਆ ਰੋਸ। ਹੇ ਮੇਰੇ ਪਿਆਰੇ ਪ੍ਰਭੂ, ਹੇ ਮੇਰੇ ਖੁਦਾ, ਹੇ ਮੇਰੇ ਕੰਤ, ਤੂੰ ਆਪਣੇ ਚਿੱਤ ਵਿੱਚ ਮੇਰੇ ਨਾਲ ਗੁੱਸੇ ਹੈ, ਤੈਂ ਮੇਰੇ ਨਾਲ ਕੋਈ ਰੋਸਾ ਕੀਤਾ ਹੋਇਆ ਹੈ, ਤੈਂ ਮੇਰੇ ਨਾਲ ਕੋਈ ਨਾਰਾਜ਼ਗੀ ਰੱਖੀ ਹੋਈ ਹੈ। ਜੇ ਤੇਰੇ ਮਨ ਵਿੱਚ ਕੋਈ ਨਾਰਾਜ਼ਗੀ ਹੈ, ਤੇਰੇ ਵਿੱਚ ਕੋਈ ਗੁੱਸਾ ਹੈ, ਤਾਂ ਉਹਦੇ ਬਾਰੇ ਵੀ ਮੁਝ ਅਵਗਨ ਸਹਿ ਨਾਹੀ ਰੋਸ। ਮੁਝ ਅਵਗੁਣ ਸਹਿ ਨਾਹੀ ਦੋਸ਼। ਮੇਰੇ ਵਿੱਚ ਹੀ ਕੋਈ ਨਾ ਕੋਈ ਖੋਟ ਹੋਣਾ ਹੈ,
ਮੇਰੇ ਵਿੱਚ ਹੀ ਕੋਈ ਨਾ ਕੋਈ ਕਮੀ ਹੋਣੀ ਹੈ, ਕਿਉਂਕਿ ਮੇਰੇ ਕੰਤ ਮੇਰੇ ਪ੍ਰਭੂ ਤੇਰਾ ਤੇ ਕੋਈ ਕਸੂਰ ਨਹੀਂ। ਤੂੰ ਤੇ ਪੂਰਾ ਹੈ, ਅਧੂਰਾ ਤੇ ਮੈਂ ਆ ਨਾ। ਤੂੰ ਤੇ ਸੰਪੂਰਨ ਹੈ, ਤੇਰੇ ਵਿੱਚ ਤੇ ਕੋਈ ਕਮੀ ਨਹੀਂ। ਐ ਅੱਲਾਹ ਤਾਲਾ, ਹੇ ਵਾਹਿਗੁਰੂ, ਤੇਰੇ ਵਿੱਚ ਤੇ ਕੋਈ ਕਮੀ ਨਹੀਂ, ਮੇਰੇ ਵਿੱਚ ਕਮੀਆਂ ਬਹੁਤ ਨੇ। ਮੇਰੇ ਵੇਖਣ ਵਿੱਚ ਕਮੀ ਹੈ, ਮੇਰੇ ਸੁਣਨ ਵਿੱਚ ਕਮੀ ਹੈ, ਮੇਰੇ ਮਹਿਸੂਸ ਕਰਨ ਵਿੱਚ ਕਮੀ ਹੈ, ਮੇਰੀ ਵਿਚਾਰ ਕਰਨ ਵਿੱਚ ਕਮੀ ਹੈ। ਵੇਖੋ ਕਿੱਡੇ ਵੈਰਾਗ ਦੇ ਬਚਨ ਬਾਬਾ ਜੀ ਨੇ ਆਪਣੇ ਸ਼ਲੋਕਾਂ ਵਿੱਚ ਵੀ ਕੀਤੇ ਨੇ। ਕਹਿੰਦੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੈਂ ਦਰਵੇਸ਼। ਲੋਕੀ ਮੈਨੂੰ ਦਰਵੇਸ਼ ਆਖਦੇ ਨੇ, ਲੋਕੀ ਮੈਨੂੰ ਸਾਧੂ ਆਖਦੇ ਨੇ, ਲੋਕੀ ਮੈਨੂੰ ਸੰਤ ਆਖਦੇ ਨੇ, ਪਰ ਮੈਂ ਤੇ ਗੁਨਾਹਾਂ ਦਾ ਭਰਿਆ ਹੋਇਆ। ਆਪਣੇ ਆਪ ਨੂੰ ਇਹ ਮੰਨਣਾ ਵੀ ਮੈਂ ਗੁਨਾਹਾਂ ਦਾ ਭਰਿਆ ਹੋਇਆ ਹਾਂ। ਮੇਰੇ ਮਾਲਕ, ਲੋਕੀ ਮੈਨੂੰ ਬੇਸ਼ੱਕ ਸਤਿਕਾਰ ਦਿੰਦੇ ਨੇ, ਪਰ ਮੈਂ ਕਿਸੇ ਸਤਿਕਾਰ ਦੇ ਕਾਬਿਲ ਨਹੀਂ ਹਾਂ। ਕਿੱਡੀ ਵੱਡੀ ਗੱਲ ਹੈ ਜੀ ਇਹ, ਕਿੱਡੀ ਉੱਚੀ ਅਵਸਥਾ ਹੈ। ਸ਼ਾਇਦ ਧਰਮ ਕਮਾਉਣ ਵਾਲਿਆਂ ਦੀ ਜਿੰਨਾ ਚਿਰ ਇਹ ਅਵਸਥਾ ਨਹੀਂ ਬਣਦੀ, ਉਨਾ ਚਿਰ ਪ੍ਰਾਪਤੀ ਵੀ ਨਹੀਂ ਹੁੰਦੀ। ਜਿੰਨਾ ਚਿਰ ਸਾਡੇ ਮਨਾਂ ਵਿੱਚ ਇਹ ਆਉਂਦਾ ਨਾ, ਮੈਂ ਉੱਚਾ, ਮੈਂ ਨਿਤਨੇਮ ਕਰਦਾ, ਮੈਂ ਗੁਰਦੁਆਰੇ ਜਾਂਦਾ ਹਾਂ, ਮੈਂ ਧਰਮ ਕਮਾਉਣਾ ਹਾਂ, ਮੈਂ ਧਰਮ ਦੀ ਕਿਰਤ ਕਰਦਾ ਹਾਂ, ਮੈਂ ਦਸਵੰਧ ਵੀ ਦਿੰਦਾ ਹਾਂ, ਆਪਣੇ ਆਪ ਨੂੰ ਵੱਡਾ ਜਾਣਦੇ ਆ ਨਾ। ਜਿੰਨਾ ਚਿਰ ਆਪਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾਈ ਨਿਕਟ ਨਾ ਆਵੇ, ਉਹਦੇ ਤੇ ਭਲਾਈ ਨੇੜੇ ਤੇੜੇ ਵੀ ਨਹੀਂ ਹੁੰਦੀ। ਤੇ ਦੂਜੇ ਪਾਸੇ ਆਪਸ ਕੋ ਜੋ ਜਾਣੇ ਨੀਚਾ, ਆਪਣੇ ਆਪ ਨੂੰ ਨੀਵਾਂ ਜਾਣਨਾ, ਸੋ ਗਣੀਆਂ ਸਭ ਤੇ ਉੱਚਾ। ਮੇਰੇ ਵਿੱਚ ਹੀ ਕੋਈ ਨਾ ਕੋਈ ਕਸੂਰ ਹੋਣਾ, ਮੇਰੇ ਵਿੱਚ ਹੀ ਕੋਈ ਨਾ ਕੋਈ ਗਲਤੀ ਹੋਣੀ। ਮੁਝ ਅਵਗਣ, ਮੇਰੇ ਵਿੱਚ ਬਦੀਆਂ ਹਨ, ਮੇਰੇ ਵਿੱਚ ਦੋਸ਼ ਹਨ। ਮੇਰੀ ਇਸ ਹਾਲਤ ਬਾਰੇ ਜੇ ਮੈਨੂੰ ਮਲਾਪ ਨਹੀਂ ਹੋ ਰਿਹਾ ਨਾ ਤੇਰਾ, ਜੇ ਮੈਨੂੰ ਤੇਰਾ ਦੀਦਾਰ ਨਹੀਂ ਹੋ ਰਿਹਾ, ਐ ਅੱਲਾਹ ਤਾਲਾ, ਇਸ ਦੇ ਵਿੱਚ ਮੇਰੀ ਹੀ ਗਲਤੀ ਹੋਵੇਗੀ, ਮੇਰੇ ਵਿੱਚ ਹੀ ਕੋਈ ਨਾ ਕੋਈ ਕਸੂਰ ਹੋਵੇਗਾ। ਤੁਹਾਡਾ ਕੋਈ ਦੋਸ਼ ਨਹੀਂ ਹੈ, ਤੁਹਾਡਾ ਕੋਈ ਕਸੂਰ ਨਹੀਂ ਹੈ। ਤੈ ਸਾਹਿਬ ਕੀ ਮੈਂ ਸਾਰ ਨ ਜਾਣੀ। ਸਭ ਤੋਂ ਵੱਡੀ ਕਮੀ ਮੇਰੇ ਵਿੱਚ ਕਹਿੰਦੇ ਕੀ ਸੀ? ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ। ਮੇਰੇ ਸੁਆਮੀ, ਤੈਂ ਮੇਰੇ ਤੇ ਇੰਨੇ ਪਰਉਪਕਾਰ ਕੀਤੇ, ਪਰ ਮੈਂ ਤੇਰੀ ਸਾਰ ਨਹੀਂ ਜਾਣੀ। ਮੈਂ ਤੇਰੇ ਕੀਤੇ ਨੂੰ ਸਮਝਿਆ ਹੀ ਕੱਖ ਨਹੀਂ, ਮੈਂ ਜਾਣਿਆ ਨਹੀਂ ਵੀ ਤੂੰ ਮੇਰੇ ਲਈ ਕੀ ਕੀਤਾ। ਦੇਖੋ ਕਈ ਵਾਰੀ ਆਪਾਂ ਦੁਖੀ ਹੋ ਕੇ ਕਹਿੰਦੇ ਰੱਬ ਨੇ ਸਾਨੂੰ ਕੀ ਦਿੱਤਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਰੱਬ ਨੇ ਤੈਨੂੰ ਕੀ ਦਿੱਤਾ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਕਿੰਨਾ ਕੁਝ ਦਿੱਤਾ ਹੈ। ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਨੂੰ ਪੁੱਛੋ ਇਹਨਾਂ ਦੀ ਕੀਮਤ ਕੀ ਹੈ। ਜਿਨ੍ਹਾਂ ਨੂੰ ਹੱਥ ਨਹੀਂ ਮਿਲੇ, ਜਿਨ੍ਹਾਂ ਨੂੰ ਪੈਰ ਨਹੀਂ ਮਿਲੇ, ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ, ਉਹਨਾਂ ਨੂੰ ਪੁੱਛੋ। ਆ ਹੁਣ ਪਿੱਛੇ ਜਿਹੇ ਬਿਮਾਰੀ ਦਾ ਚਲੋ ਹਜੇ ਤੱਕ ਵੀ ਉਸੇ ਤਰ੍ਹਾਂ ਪ੍ਰਕੋਪ ਚੱਲ ਰਿਹਾ ਹੈ। ਹਸਪੀਟਲਾਂ ਦੇ ਵਿੱਚ ਆਕਸੀਜਨ ਨਹੀਂ ਸੀ ਮਿਲ ਰਹੀ, ਜੇ ਮਿਲ ਰਹੀ ਸੀ ਤੇ ਬਹੁਤ ਮਹਿੰਗਾ ਇਲਾਜ ਹੋ ਰਿਹਾ ਸੀ। ਇੱਕ ਸਿਲੰਡਰ ਕਿਵੇਂ ਹਜ਼ਾਰਾਂ ਦੇ ਵਿੱਚ ਲੋਕੀ ਖਰੀਦ ਰਹੇ ਸੀ, ਕਿਉਂਕਿ ਜਾਨ ਬਚਾਉਣੀ ਹੈ ਤੇ ਖਰਚਣੀ ਪੈਣੀ ਮਾਇਆ, ਫਿਰ ਵੀ ਨਹੀਂ ਸੀ ਮਿਲ ਰਿਹਾ। ਹੁਣ ਜਿਹੜੀ ਵਾਹਿਗੁਰੂ ਵੱਲੋਂ ਸਾਨੂੰ ਆਕਸੀਜਨ ਮਿਲ ਰਹੀ ਹੈ, ਕਦੇ ਇਹਦਾ ਵੀ ਆਪਾਂ ਪੈਸਾ ਤਾਰਿਆ। ਹਸਪੀਟਲ ਦੇ ਵਿੱਚ ਤੇ ਕੁਝ ਘੰਟੇ ਦੀ ਆਕਸੀਜਨ ਦਾ ਹਜ਼ਾਰਾਂ ਰੁਪਈਆ ਤਾਰਨਾ ਪੈ ਜਾਂਦਾ। ਕਦੇ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ ਵੀ ਵਾਹਿਗੁਰੂ ਤੂੰ ਸਾਨੂੰ ਜਦੋਂ ਤੋਂ ਅਸੀਂ ਜਨਮ ਲਿਆ ਇੰਨੇ ਸਾਲ ਹੋ ਗਏ ਸਵਾਸ ਲੈਂਦੇ ਆ, ਤੂੰ ਸਾਨੂੰ ਫ੍ਰੀ ਆਕਸੀਜਨ ਦੇ ਰਿਹਾ ਹੈ। ਕਦੇ ਉਹਦਾ ਵੀ ਸ਼ੁਕਰਾਨਾ ਕੀਤਾ ਨਾ, ਮਤਲਬ ਵੀ ਕੋਈ ਨਹੀਂ ਉਹਦਾ ਸ਼ੁਕਰਾਨਾ ਕਰਨ ਦਾ। ਤਾਂ ਵਾਹਿਗੁਰੂ ਨੇ ਜਿੰਨੀਆਂ ਸਾਨੂੰ ਦਾਤਾਂ ਦਿੱਤੀਆਂ ਨੇ, ਵੇਖੋ ਸਰੀਰ ਦੇ ਜਿਹੜੇ ਅੰਦਰੂਨੀ ਹਿੱਸੇ ਨੇ, ਅੰਦਰੂਨੀ ਪਾਰਟਸ ਨੇ ਜਿਹੜੇ ਸਾਡੀ ਬਾਡੀ ਦੇ, ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆ ਜਾਏ, ਕਿਸੇ ਨਾੜੀ ਵਿੱਚ ਬਲੌਕੇਜ ਹੋ ਜੇ, ਕਿਵੇਂ ਲੱਖਾਂ ਰੁਪਈਆ ਲੱਗਦਾ ਨਾ ਜੀ, ਮਿੰਟਾਂ ਦੇ ਵਿੱਚ ਹੀ ਡਾਕਟਰਾਂ ਨੂੰ ਹੱਥੀਂ ਬੰਨ੍ਹੀ ਦਿੰਦੇ ਆ, ਨਾਲੇ ਕਹਿੰਦੇ ਆ ਜੀ ਹੁਣ ਜਾਨ ਬਚਾ ਲਿਓ ਕਿਸੇ ਤਰ੍ਹਾਂ। ਤੇ ਜਿਹਦੀ ਕਿਰਪਾ ਦੇ ਨਾਲ ਇਹ ਅੰਗ ਤੰਦਰੁਸਤ ਚੱਲ ਰਹੇ ਨੇ, ਹਾਰਟ ਕੰਮ ਕਰ ਰਿਹਾ ਹੈ, ਲੀਵਰ ਕੰਮ ਕਰ ਰਿਹਾ ਹੈ, ਕਿਡਨੀਜ਼ ਕੰਮ ਕਰ ਰਹੀਆਂ ਨੇ, ਹੋਰ ਅੰਦਰੂਨੀ ਅੰਗ ਸਾਰੇ ਕੰਮ ਕਰ ਰਹੇ ਨੇ, ਸਹੀ ਸਲਾਮਤ ਨੇ, ਤੇ ਕਦੇ ਇਸ ਸਰੀਰ ਦੇ ਸਹੀ ਸਲਾਮਤ ਹੁੰਦਿਆਂ ਉਹਦਾ ਸ਼ੁਕਰਾਨਾ ਕਰਨ ਦਾ ਵੀ ਸੋਚਿਆ? ਕਦੇ ਵੀ ਨਹੀਂ। ਚਲੋ ਇਦੋਂ ਗਾਂ ਆ ਜਾਓ। ਪਰਮਾਤਮਾ ਦਾ ਦਿੱਤਾ ਹੋਇਆ ਸਾਨੂੰ ਭੋਜਨ ਮਿਲਦਾ ਹੈ, ਪਰਮਾਤਮਾ ਦਾ ਬਖਸ਼ਿਆ ਹੋਇਆ ਸਾਨੂੰ ਜਲ ਪਿਆਸ ਬੁਝਾਉਣ ਲਈ ਮਿਲ ਰਿਹਾ ਹੈ, ਕਦੇ ਸ਼ੁਕਰਾਨਾ ਕੀਤਾ? ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਜਿਹੇ ਪ੍ਰਸਾਦ ਸੁਗੰਧਤ ਤਨ ਲਾਵਹਿ। ਕਿੰਨੀਆਂ ਦਾਤਾਂ ਦਿੱਤੀਆਂ ਨੇ ਵਾਹਿਗੁਰੂ ਨੇ ਸਾਨੂੰ, ਪਰ ਸਾਡਾ ਕੀ ਹਾਲ ਹੈ?
ਦਾਤਾਂ ਚੰਗੀਆਂ ਲੱਗਦੀਆਂ ਨੇ, ਪਰ ਦੇਣ ਵਾਲਾ ਦਾਤਾ ਸਾਨੂੰ ਭੁੱਲਿਆ ਹੋਇਆ ਹੈ। ਦਾਤਾਂ ਤੇ ਉਹਦੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ, ਚੰਗਾ ਘਰ ਹੋਵੇ, ਚੰਗੇ ਵਸਤਰ ਹੋਣ, ਸਾਰਾ ਕੁਝ ਚੰਗਾ ਚਾਹੀਦਾ ਹੈ, ਪਰ ਕਦੇ ਇਹ ਨਹੀਂ ਸੋਚਿਆ ਵੀ ਦੇਣ ਵਾਲੇ ਦਾਤੇ ਨਾਲ ਵੀ ਪਿਆਰ ਪੈਣਾ ਚਾਹੀਦਾ ਸਾਡਾ। ਦਾਤਾਂ ਤੇ ਚਾਹੀਦੀਆਂ ਨੇ, ਪਰ ਦੇਣ ਵਾਲੇ ਦਾਤੇ ਨੂੰ ਭੁੱਲ ਕੇ ਇਹ ਦਾਤਾਂ ਦਾ ਅਸੀਂ ਬਹੁਤਾ ਚਿਰ ਫਿਰ ਆਨੰਦ ਨਹੀਂ ਮਾਣ ਸਕਦੇ ਜੇ ਦੇਣ ਵਾਲਾ ਦਾਤਾ ਸਾਨੂੰ ਭੁੱਲਿਆ ਹੋਇਆ ਹੈ। ਮਹਾਰਾਜ ਸੁਖਮਨੀ ਸਾਹਿਬ 'ਚ ਫਰਮਾਨ ਕਰਦੇ ਨੇ ਨਾ ਜੀ, ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। 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 ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜੀ ਜਿਨ ਸਭ ਕਿਛ ਦੀਆ, ਸਭ ਕਿਛ ਦੀਆ। ਸੋ ਕਿਉ ਵਿਸਰੈ ਜਿਨ ਸਭ ਕਿਛ ਦੀਆ। ਸੋ ਕਿਉ ਵਿਸਰੈ ਜੇ ਜੀਵਨ ਜੀਆ। ਸੋ ਕਿਉ ਵਿਸਰੈ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਵਿਰਲਾ ਲਾਖੈ। ਕਿਉਂ ਭੁੱਲਦਾ ਉਹਨੂੰ ਜਿਹਨੇ ਸਭ ਕੁਝ ਦਿੱਤਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਹੇ ਖੁਦਾ, ਮੈਂ ਤੇਰੀ ਸਾਰ ਨਹੀਂ ਜਾਣੀ, ਮੈਂ ਤੇਰੀ ਕਦਰ ਨਹੀਂ ਜਾਣੀ। ਤੈਂ ਮੇਰੇ ਤੇ ਇੰਨੇ ਪਰਉਪਕਾਰ ਕੀਤੇ, ਇੰਨਾ ਮੇਰਾ ਭਲਾ ਕੀਤਾ, ਮੈਂ ਪਰ ਤੇਰੀ ਸਾਰ ਨਾ ਜਾਣੀ ਕੀਤੀ। ਜੋ ਬਨ ਖੋਏ ਪਾਛੈ ਪਛਤਾਨੀ। ਹੁਣ ਜਿਹੜਾ ਸਮਾਂ ਡਟ ਕੇ ਭਜਨ ਕਰਨ ਦਾ ਸੀ, ਬੰਦਗੀ ਕਰਨ ਦਾ ਸੀ, ਸਰੀਰ ਤਕੜਾ ਸੀ, ਜਦੋਂ ਉਹ ਸਮਾਂ ਨਿਕਲ ਗਿਆ ਹੱਥੋਂ, ਬਿਨਾਂ ਭਜਨ ਕੀਤਿਆਂ, ਬਿਨਾਂ ਸਿਮਰਨ ਕੀਤਿਆਂ, ਕਹਿੰਦੇ ਯਾਦ ਵਿੱਚ ਨਾ ਜੁੜਿਆ। ਜੋਬਨ ਖੋਏ, ਜਵਾਨੀ ਚਲੀ ਗਈ, ਪਾਛੈ ਪਛਤਾਨੀ। ਫਿਰ ਹੁਣ ਮੈਨੂੰ ਪਛਤਾਪ ਹੋ ਰਿਹਾ ਵੀ ਮੈਂ ਉਦੋਂ ਸਿੱਧੇ ਰਾਹ ਕਿਉਂ ਨਾ ਤੁਰਿਆ, ਗੁਰੂ ਵਾਲਾ ਬਣ ਕੇ ਕਿਉਂ ਨਾ ਭਜਨ ਕੀਤਾ, ਕਿਉਂ ਨਾ ਭਗਤੀ ਕੀਤੀ। ਅਥਵਾ ਜੋਬਨ ਖੋਏ, ਜੋਬਨ ਦਾ ਅਰਥ ਇੱਥੇ ਮਾਨਸ ਦੇਹੀ ਵੀ ਕੀਤਾ ਹੈ। ਮਨੁੱਖਾ ਜਨਮ ਨੂੰ ਗਵਾ ਕੇ ਫਿਰ ਪਿੱਛੇ ਜੀਵ ਨੂੰ ਪਛਤਾਉਣਾ ਪੈਂਦਾ ਵੀ ਮੈਂ ਭਜਨ ਕਿਉਂ ਨਾ ਕੀਤਾ। ਇਹ ਦੇਹੀ ਮਿਲੀ ਸੀ, ਇਹ ਸਰੀਰ ਮਿਲਿਆ ਸੀ, ਸਿਮਰਨ ਕਰਨ ਲਈ ਮਿਲਿਆ ਸੀ, ਪਰ ਸਿਮਰਨ ਕੀਤਾ ਨਾ। ਰਹਾਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਹੁਣ ਇੱਕ ਕੋਇਲ ਨੂੰ ਮੁਖਾਤਬ ਹੋ ਕੇ ਬਾਬਾ ਜੀ ਕਹਿੰਦੇ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਹੇ ਕਾਲੀ ਕੋਇਲੇ, ਕਿਹੜੇ ਲੱਛਣਾਂ ਨੇ ਤੈਨੂੰ ਕਾਲੀ ਕਰ ਦਿੱਤਾ, ਤੇਰਾ ਰੰਗ ਕਾਲਾ ਹੋ ਗਿਆ। ਕੋਇਲ ਨੂੰ ਪੁੱਛਦੇ ਨੇ, ਤੂੰ ਕਿਸ ਤਰ੍ਹਾਂ, ਕਿਸ ਦੁੱਖ ਕਰਕੇ, ਕਿਸ ਵਿਰਾਗ ਕਰਕੇ ਕਾਲੇ ਰੰਗ ਦੀ ਹੋ ਗਈ, ਦੱਸਣਾ ਕਰ। ਮੇਰੇ ਸਰੀਰ ਦਾ ਰੰਗ ਕਾਲਾ ਹੋ ਗਿਆ,
ਮੈਨੂੰ ਤਾਂ ਮੇਰੇ ਮਾਲਕ ਦਾ ਵਿਛੋੜਾ ਪਿਆ ਹੋਇਆ, ਮੈਨੂੰ ਤਾਂ ਮੇਰੇ ਮਾਲਕ ਦੀ ਬਿਰਹੋਂ ਦੀ ਜਿਹੜੀ ਤੜਫ ਹੈ ਉਹਨੇ ਤੜਫਾ ਕੇ ਮੇਰਾ ਲਹੂ ਸਾੜ ਦਿੱਤਾ ਹੈ। ਇਸ ਕਰਕੇ ਮੇਰੇ ਸਰੀਰ ਵਿੱਚ ਖੂਨ ਨਾ ਹੋਣ ਕਰਕੇ ਮੇਰਾ ਰੰਗ ਕਾਲਾ ਫਿਰ ਗਿਆ। ਤੈਨੂੰ ਦੱਸ ਤੂੰ ਕਿਉਂ ਕਾਲੀ ਹੋ ਗਈ, ਤੇਰਾ ਰੰਗ ਕਿਉਂ ਕਾਲਾ ਹੋ ਗਿਆ। ਸਾਧ ਸੰਗਤ ਜੀ, ਇਹ ਬੈਰਾਗ ਦੀ ਸਿਰੇ ਦੀ ਅਵਸਥਾ ਹੈ। ਜਦੋਂ ਸਾਧ ਸੰਗਤ ਪਰਮੇਸ਼ਰ ਦੇ ਮਿਲਣ ਦੀ ਤੜਫ ਇਤਨੀ ਜ਼ਿਆਦਾ ਹੋਵੇ ਤੇ ਫਿਰ ਸਭਨਾਂ ਦੇ ਨਾਲ ਗੱਲ ਕਰਦਿਆਂ ਵਿਚਾਰ ਕਰਦਿਆਂ ਇੱਕੋ ਹੀ ਗੱਲ ਸਾਹਮਣੇ ਆਉਂਦੀ ਹੈ ਵੀ ਰੱਬ ਕਿਵੇਂ ਮਿਲੇਗਾ। ਇੱਕ ਨਾ ਜੀ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਜੀ ਭੁੱਖੇ ਅੱਗੇ ਬਾਤ ਪਾਈ, ਕਹਿੰਦਾ ਰੋਟੀ। ਬਾਤ ਕੁਝ ਹੋਰ ਸੀ, ਸਵਾਲ ਦਾ ਜਵਾਬ ਕੁਝ ਹੋਰ ਸੀ, ਪਰ ਭੁੱਖੇ ਬੰਦੇ ਨੂੰ ਤੇ ਰੋਟੀ ਦਿਸਦੀ ਹੈ ਜੀ। ਉਹ ਕਹਿੰਦਾ ਨਹੀਂ, ਰੋਟੀ ਹੀ ਹੋਣਾ ਇਹਦਾ ਜਵਾਬ। ਹੁਣ ਜਿਹਦੇ ਅੰਦਰ ਤੜਫ ਹੈ ਅੱਲਾ ਦੇ ਮਿਲਣ ਦੀ, ਜਿਹਦੇ ਅੰਦਰ ਤੜਫ ਹੈ ਵਾਹਿਗੁਰੂ ਦੇ ਮਿਲਣ ਦੀ, ਉਹਨੂੰ ਹਰ ਗੱਲ ਦੇ ਵਿੱਚ ਪ੍ਰਮਾਤਮਾ ਦੇ ਵਿਛੋੜੇ ਦੀ ਹੋਈ ਗੱਲ ਸਾਹਮਣੇ ਆਉਂਦੀ ਹੈ, ਪ੍ਰਮਾਤਮਾ ਦੇ ਮਿਲਾਪ ਦੀ ਹੋਈ ਗੱਲ ਸਾਹਮਣੇ ਆਉਂਦੀ ਹੈ। ਵੀ ਜੇ ਮੈਨੂੰ ਪ੍ਰਮਾਤਮਾ ਦਾ ਵਿਛੋੜਾ ਪਿਆ, ਤੂੰ ਆਪਣਾ ਦੱਸ ਤੇਰਾ ਰੰਗ ਕਿਵੇਂ ਕਾਲਾ ਹੋ ਗਿਆ, ਕਿਵੇਂ ਕਾਲਾ ਹੋ ਗਿਆ, ਤੂੰ ਆਪਣਾ ਦੱਸਣਾ ਕਰ। ਦੇਹੀ ਹੋ ਗਈ ਕਾਲੀ ਕਿਹੜਾ ਰੋਗ ਲੱਗਿਆ, 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 ਦੇਹੀ ਹੋ ਗਈ ਕਾਲੀ ਕਿਹੜਾ ਰੋਗ ਲੱਗਿਆ। ਬਾਬਾ ਫਰੀਦ ਜੀ ਕੋਇਲ ਨੂੰ ਪੁੱਛਦੇ ਨੇ, ਤੇਰੇ ਸਰੀਰ ਦਾ ਰੰਗ ਕਾਲਾ ਹੋ ਗਿਆ, ਕਿਹੜੇ ਦੁੱਖ ਕਰਕੇ ਹੋਇਆ ਹੈ, ਮੈਨੂੰ ਦੱਸਣਾ ਕਰ। ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ। ਹੁਣ ਅੱਗਿਓਂ ਕੋਇਲ ਦੇ ਵੱਲੋਂ ਆਪਣੇ ਅੰਦਰੋਂ ਜਵਾਬ ਜਿਹੜਾ ਪ੍ਰਗਟ ਹੋਇਆ ਹੈ, ਬਾਬਾ ਜੀ ਕਹਿੰਦੇ ਨੇ ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ। ਮੈਨੂੰ ਮੇਰੇ ਪਿਆਰੇ ਦਾ ਵਿਛੋੜਾ ਪਿਆ ਹੈ, ਪਿਆਰੇ ਦੇ ਵਿਛੋੜੇ ਨੇ ਮੈਨੂੰ ਸਾੜਿਆ ਹੈ, ਪਿਆਰੇ ਦੇ ਵਿਛੋੜੇ ਦੇ ਸਾੜਨ ਕਰਕੇ ਮੇਰਾ ਰੰਗ ਕਾਲਾ ਹੋ ਗਿਆ, ਵਿਛੋੜੇ ਦੇ ਵਿੱਚ ਮੇਰਾ ਇਹ ਹਾਲ ਹੋਇਆ ਹੈ। ਫਿਰ ਹੈ ਬਿਹੂਨ ਕਦ ਹੈ ਸੁਖ ਪਾਏ। ਮਾਲਕ ਤੋਂ ਵਿਛੜ ਕੇ, ਖਸਮ ਤੋਂ ਵਿਛੜ ਕੇ ਕਹਿੰਦੇ ਜਗਿਆਸੂ ਨੂੰ ਕਿਵੇਂ ਸੁਖ ਮਿਲ ਸਕਦਾ ਹੈ, ਉਹ ਸੁਖ ਦੀ ਨੀਂਦੇ ਕਿਵੇਂ ਸੌਂ ਸਕਦਾ ਹੈ। ਨਿਹੋਂ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਵਹਿੰਦੇ, ਭਾਈ ਵੀਰ ਸਿੰਘ ਜੀ ਲਿਖਦੇ ਨੇ। ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਹੋਵੇ ਉਹਨੂੰ ਸੁਖ ਦੀ ਨੀਂਦ ਕਿਵੇਂ ਆਉਂਦੀ ਹੈ, ਨਹੀਂ ਆ ਸਕਦੀ। ਅੰਦਰ ਤੜਫ ਹੋਵੇ ਤੇ ਵਾਹਿਗੁਰੂ ਦਾ ਵਿਛੋੜਾ ਨਹੀਂ ਚੱਲਿਆ ਜਾਂਦਾ। ਬਿਰਹਿ ਬਿਹੂਨ ਕਤ ਹੈ ਸੁਖ ਪਾਏ, ਕਿਵੇਂ ਸੁਖ ਮਿਲ ਸਕਦਾ ਹੈ। ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਹੁਣ ਕਿਰਪਾਲੂ ਹੋ ਜਾਵੇ ਗੁਰੂ ਤਾਂ ਕਿਤੇ ਪਰਮੇਸ਼ਰ ਮਿਲ ਸਕਦਾ ਹੈ। ਪਰਮੇਸ਼ਰ ਦਾ ਮਿਲਾਪ ਗੁਰੂ ਦੀ ਕਿਰਪਾ ਤੋਂ ਬਿਨਾ ਸੰਭਵ ਨਹੀਂ ਹੈ। ਹੁਣ ਬਾਬਾ ਫਰੀਦ ਸਾਹਿਬ ਜੀ ਨੇ 12 ਸਾਲ ਪਹਿਲਾਂ, 12 ਸਾਲ ਫੇਰ, 12 ਸਾਲ ਫੇਰ, 36 ਸਾਲ ਤਤਿਕਸ਼ਾ ਕੀਤੀ ਸੀ, ਜੋਹਦ ਕੀਤਾ ਸੀ, ਤਪ ਕੀਤਾ ਸੀ, ਪਰ ਮਿਲਾਪ ਕਿੱਦਣ ਹੋਇਆ? ਜਿੱਦਣ ਗੁਰੂ ਦਾ ਮਿਲਾਪ ਹੋ ਗਿਆ। ਪੀਰ ਬਖਤਿਆਰ ਕਾਕੀ ਜੀ ਦਾ ਜਦੋਂ ਮਿਲਾਪ ਹੋਇਆ ਨਾ ਜੀ, 12 ਸਾਲ ਉਹਨਾਂ ਦੀ ਸੇਵਾ ਕੀਤੀ। ਫਿਰ ਉਹਨਾਂ ਨੇ ਤਰੁੱਠ ਕੇ, ਉਹਨਾਂ ਨੇ ਖੁਸ਼ ਹੋ ਕੇ ਫਿਰ ਦੀਦਾਰ ਕਰਵਾਇਆ ਸੀ, ਫਿਰ ਅੱਲਾ ਦੇ ਨਾਲ ਅਭੇਦਤਾ ਕਰਾਈ ਸੀ। ਰੱਬ ਤਾਂ ਮਨਾਇਆ ਮੰਨ ਜਾਂਦਾ, ਪਰ ਦੇਖੋ ਗੁਰੂ ਨੂੰ ਮਨਾਉਣ ਖਾਤਰ ਬਾਬਾ ਫਰੀਦ ਸਾਹਿਬ ਨੂੰ ਪੁੱਛੋ, 36 ਸਾਲ ਤਪ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਬੇਅੰਤ ਸ਼ਕਤੀਆਂ ਪ੍ਰਾਪਤ ਕਰ ਲਈਆਂ,
ਪਰ ਹਕੀਕਤ ਦੀ ਅਵਸਥਾ ਦੇ ਵਿੱਚ ਨਹੀਂ ਸੀ ਪਹੁੰਚੇ। ਅੱਲਾ ਦਾ ਮਿਲਾਪ ਨਹੀਂ ਸੀ ਹੋਇਆ। 36 ਸਾਲ ਤਪ ਕਰਨ ਵਾਲੇ, ਇੰਨੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਬਾਬਾ ਫਰੀਦ ਨੂੰ 12 ਸਾਲ ਫੇਰ ਆਪਣੇ ਮੁਰਸ਼ਿਦ ਦੀ ਗੋਲਾ ਬਣ ਕੇ ਸੇਵਾ ਕਰਨੀ ਪਈ, ਨਿਮਾਣੇ ਹੋ ਕੇ ਸੇਵਾ ਕਰਨੀ ਪਈ। ਕਿੰਨੀ ਵਾਰੀ ਪ੍ਰੀਖਿਆ ਹੋਈ ਹੋਏਗੀ, ਕਿੰਨੇ ਕਸ਼ਟ ਝੱਲਣੇ ਪਏ ਹੋਣਗੇ ਸਾਧ ਸੰਗਤ ਜੀ। ਫਿਰ ਜਿੱਦਣ ਮੁਰਸ਼ਿਦ ਦੀ ਖੁਸ਼ੀ ਅਖੀਰ ਸਿਰੇ ਦੀ, ਜਿਸ ਵੇਲੇ ਪ੍ਰੀਖਿਆ ਹੋਈ, ਅੱਖ ਦਾ ਡੇਲਾ ਕੱਢ ਕੇ ਦੇਣਾ ਪਿਆ ਮੁਰਸ਼ਿਦ ਦੀ ਸੇਵਾ ਬਦਲੇ, ਮੁਰਸ਼ਿਦ ਦੀ ਸੇਵਾ ਬਦਲੇ ਅੱਖ ਦਾ ਡੇਲਾ। ਇਹ ਮਰਿਆਂ ਬਿਨਾਂ ਤਾਂ ਗੱਲ ਨਹੀਂ ਬਣ ਸਕਦੀ ਜੀ। ਗੱਲੀ ਬਾਤੀ ਤਾਂ ਕੋਈ ਅਹੁਦਾ ਨਹੀਂ ਮਿਲਦਾ। ਗੱਲੀ ਬਾਤੀ ਜੇ ਕੋਈ ਕਹੇ ਕਿਸੇ ਮਰਤਬੇ ਤੇ ਪਹੁੰਚ ਜਾਣਾ, ਕਿਸੇ ਮੰਜ਼ਿਲ ਤੇ ਪੁੱਜ ਜਾਣਾ, ਤਾਂ ਨਹੀਂ ਪੁੱਜਿਆ ਜਾਂਦਾ। ਬੜੀ ਔਖੀ ਖੇਡ ਹੈ ਇਹ। ਪਹਿਲਾ ਮਰਨ ਕਬੂਲ जीवन की छड़ आस हो, सगल की रेण का तो आओ हमारे पास, जाओ तो प्रेम खेलन का चाओ, सिर धर तली गली। ਅੱਖ ਦਾ ਡੇਲਾ ਕੱਢ ਕੇ ਦੇਣਾ ਪਿਆ। ਫਿਰ ਮੁਰਸ਼ਿਦ ਦੀ ਖੁਸ਼ੀ ਹੋਈ। ਜਦੋਂ ਖੁਸ਼ੀ ਹੋਈ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਜਦ ਉਹ ਮਿਹਰਬਾਨ ਹੋ ਗਿਆ ਤਾਂ ਫਿਰ ਉਹਨੇ ਆਪਣੇ ਅਸਲ ਰੂਪ ਪਰਮੇਸ਼ਰ ਦੇ ਨਾਲ, ਖੁਦਾ ਦੇ ਨਾਲ ਮਿਲਾ ਦਿੱਤਾ। वेदन खोही मुंध अकेली, ਇਸ ਜਗਤ ਰੂਪੀ ਡਰਾਉਣੀ ਖੂਹੀ ਦੇ ਵਿੱਚ ਵਿਦਣ ਖੂਹੀ ਮੁੰਦ ਅਕੇਲੀ, ਮੈਂ ਜੀਵ ਰੂਪ ਇਸਤਰੀ ਇਕੱਲੀ ਡਿੱਗੀ ਹੋਈ ਹਾਂ। ना को साथी ना को बेली, ਇਸ ਸੰਸਾਰ ਰੂਪੀ ਖੂਹੀ ਦੇ ਵਿੱਚ ਮੇਰਾ ਕੋਈ ਸਾਥੀ ਨਹੀਂ ਹੈ, ਮੇਰਾ ਕੋਈ ਮਦਦਗਾਰ ਨਹੀਂ ਹੈ। ਹੁਣ ਦੇਖੀਏ ਤੇ ਆਪਾਂ ਕਹਿੰਦੇ ਆ ਜੀ ਮੇਰੇ ਪਰਿਵਾਰ ਵਾਲੇ ਮੇਰੇ ਸਾਥੀ ਨੇ, ਮੇਰੇ ਸੱਜਣ ਮਿੱਤਰ ਮੇਰਾ ਸਾਥ ਦੇਣ ਵਾਲੇ ਨੇ। ਇਹ ਸਾਥੀ ਕੇਵਲ ਸੰਸਾਰਕ ਗੱਲਾਂ ਦੇ ਵਿੱਚ ਸਾਥ ਦੇ ਸਕਦੇ ਆ, ਪਰ ਜੇ ਕਹੀਏ ਵੀ ਇਹ ਸਾਥੀ ਸਾਡਾ ਰੂਹਾਨੀ ਮਾਰਗ ਦੇ ਵਿੱਚ ਇਹ ਸਾਥ ਦੇ ਦੇਣਗੇ, ਪਰਮਾਤਮਾ ਦੇ ਮਿਲਾਪ ਦੇ ਵਿੱਚ ਸਾਡਾ ਸਾਥ ਦੇ ਦੇਣਗੇ, ਤੇ ਜੇ ਕਿਸੇ ਦਾ ਮਿਲਾਪ ਹੋਇਆ ਹੋਏਗਾ ਤਾਂ ਉਹ ਮਿਲਾਪ ਕਰਾ ਸਕਦਾ। ਜਿਹੜਾ ਆਪ ਨਹੀਂ ਮਿਲਿਆ ਦੂਜੇ ਨੂੰ ਕਿਵੇਂ ਮਿਲਾ ਦੇਗਾ? ਤੋ ਇਸ ਕਰਕੇ ਕਹਿੰਦੇ ਨਾ ਕੋ ਸਾਥੀ ਨਾ ਕੋ ਬੇਲੀ। ਇਹਨਾਂ ਦੇ ਵਿੱਚੋਂ ਨਾ ਤਾਂ ਮੇਰਾ ਐਸ ਲੋਕ ਦਾ ਕੋਈ ਸਾਥੀ ਹੈ ਤੇ ਨਾ ਹੀ ਪਰਲੋਕ ਦਾ ਮੇਰਾ ਕੋਈ ਮਦਦਗਾਰ ਬੇਲੀ ਹੈ। ਇਹ ਤੇ ਸਭ ਇੱਥੇ ਦੇ ਹੀ ਬੇਲੀ ਹਨ, ਇੱਥੇ ਵੀ ਮਤਲਬ ਦੇ ਬੇਲੀ ਹਨ। कर कृपा प्रभ साध संग मेली। ਹੁਣ ਜਦੋਂ ਪਰਮੇਸ਼ਰ ਨੇ ਮਿਹਰ ਕਰ ਦਿੱਤੀ ਹੈ, ਕਿਰਪਾ ਕੀਤੀ ਹੈ, ਤਾਂ ਮੈਨੂੰ ਮੇਰੇ ਮਹਾਂਪੁਰਖ ਰੂਪੀ ਗੁਰੂ ਦੀ ਸੰਗਤ ਦੇ ਵਿੱਚ, ਸਾਧ ਸੰਗਤ ਦੇ ਵਿੱਚ ਮਿਲਾ ਦਿੱਤਾ ਹੈ। ਮੈਨੂੰ ਮੇਰੇ ਗੁਰੂ ਦੀ ਸੰਗਤ ਬਖਸ਼ ਦਿੱਤੀ ਹੈ। जा फिर देखा ता मेरा लहो बेली, ਜਾਂ ਫਿਰ ਦੇਖਾ ਤਾਂ ਮੇਰਾ ਅੱਲ੍ਹ ਬੇਲੀ। ਜਦੋਂ ਹੁਣ ਗੁਰੂ ਦੀ ਸੰਗਤ ਵਿੱਚ ਆਇਆ, ਗੁਰੂ ਦੀ ਸੰਗਤ ਵਿੱਚ ਆ ਕੇ ਇਹ ਗਿਆਨ ਹੋਇਆ, ਇਹ ਸੋਝੀ ਹੋਈ ਬਈ ਹੋਰ ਤੇਰਾ ਕੋਈ ਸਾਥੀ ਨਾ ਬਣੇ, ਬੇਸ਼ੱਕ ਨਾ ਬਣੇ ਇਸ ਸੰਸਾਰ ਦੇ ਵਿੱਚ, ਪਰਲੋਕ ਦੇ ਵਿੱਚ, ਪਰ ਇੱਕ ਤੇਰਾ ਸਾਥੀ ਤੇਰੇ ਨਾਲ ਸਦਾ ਰਹਿਣ ਵਾਲਾ ਹੈ। ਉਹ ਕੌਣ ਹੈ ਜੀ? ਜਾਂ ਫਿਰ ਦੇਖਾ ਤਾਂ ਮੇਰਾ ਅੱਲ੍ਹ ਬੇਲੀ। ਮੈਨੂੰ ਇਹ ਪਤਾ ਲੱਗ ਗਿਆ ਵੀ ਉਹ ਪਰਮਾਤਮਾ, ਉਹ ਅੱਲਾ ਮੇਰਾ ਅਸਲੀ ਬੇਲੀ, ਮੇਰਾ ਮਿੱਤਰ ਹੈ। ਐਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਉਹਦੇ ਵਾਂਗੂ ਮੇਰੀ ਕੋਈ ਸਹਾਇਤਾ ਨਹੀਂ ਕਰ ਸਕਦਾ। ਅਸਲੀ ਬੇਲੀ ਮੇਰਾ ਉਹੀ ਹੈ, ਅਸਲੀ ਮਿੱਤਰ ਮੇਰਾ ਉਹੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭੌਕੇ ਹਾ ਕਾੜਾ ਜੀ। ਹੁਣ ਮੈਨੂੰ ਸਮਝ ਲੱਗ ਗਈ, ਸੋਝੀ ਆ ਗਈ ਵੀ ਮੇਰਾ ਅੱਲਾ ਹੀ ਬੇਲੀ ਹੈ। ਅੱਲਾ ਤੋਂ ਬਿਨਾ ਮੇਰਾ ਅਸਲੀ ਬੇਲੀ, ਅਸਲੀ ਮਿੱਤਰ ਕੋਈ ਨਹੀਂ ਹੈ। वाट हमारी खरी उडीनी। ਹੁਣ ਇਹ ਜਿਹੜੀ ਧਰਮ ਦੀ ਵਾਟ ਹੈ, ਧਰਮ ਦਾ ਰਸਤਾ ਹੈ, ਇਸ ਮਾਰਗ ਦੇ ਉੱਤੇ ਜੇ ਚੱਲਣਾ ਹੈ, ਵਾਟ ਹਮਾਰੀ ਖਰੀ ਉਡੀਣੀ, ਇਹ ਬਹੁਤ ਭਿਆਨਕ, ਬਹੁਤ ਕਠਿਨਾਈਆਂ ਵਾਲਾ ਰਸਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਜੀ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਕੋਈ ਸੌਖਾ ਰਸਤਾ ਹੈ? ਇਹ ਕੋਈ ਮਨੋਰੰਜਨ ਕਰਨ ਵਾਲਾ ਰਸਤਾ ਹੈ? ਨਾ ਨਾ, ਇਹ ਤੇ ਬਹੁਤ ਕਠਿਨਾਈਆਂ ਵਾਲਾ ਰਸਤਾ ਹੈ।
ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਇਹ ਤਾਂ। ਇਹ ਮਾਰਗ ਤਾਂ ਇਹੋ ਜਿਹਾ ਹੈ, ਬਹੁਤ ਭਿਆਨਕ ਰਸਤਾ ਹੈ। ਖੰਨਿਆਹੂ ਤਿੱਖੀ ਬਹੁਤ ਪੀਣੀ, ਪੀਣੀ ਤੋਂ ਭਾਵ ਹੈ ਨਿਹਾਇਤ ਹੀ ਤੰਗ ਰਸਤਾ ਹੈ। ਤੰਗ, ਜਿੱਥੋਂ ਲੰਘਣਾ ਔਖਾ ਹੈ। ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਰਸਤਾ ਇਹ। ਇਹੋ ਜਿਹਾ ਰਾਹ ਹੈ ਇਹ। ਉਸ ਉਪਰ ਹੈ ਮਾਰਗ ਮੇਰਾ। ਪਰ ਹੁਣ ਜੇ ਧਰਮ ਕਮਾਉਣਾ ਹੈ ਤਾਂ ਫਿਰ ਉਸ ਰਸਤੇ ਥਾਣੀ ਲੰਘਣਾ ਪੈਣਾ ਹੈ। ਗੱਲੀ ਬਾਤੀ ਨਹੀਂ ਧਰਮ ਕਮਾਇਆ ਜਾਣਾ, ਖੰਡੇ ਦੀ ਧਾਰ ਤੋਂ ਲੰਘਣਾ ਪੈਣਾ ਹੈ। ਉਸ ਉੱਪਰ ਹੈ ਮਾਰਗ ਮੇਰਾ, ਉਹਦੇ ਤੇ ਮੇਰਾ ਰਸਤਾ ਹੈ ਧਰਮ ਕਮਾਉਣ ਵਾਲੇ ਦਾ। ਸੇਖ ਫਰੀਦਾ ਪੰਥ ਸਮਾਰ ਸਵੇਰਾ। ਬਾਬਾ ਜੀ ਕਹਿੰਦੇ ਨੇ ਇਸ ਕਰਕੇ ਜਿੰਨੀ ਛੇਤੀ ਹੋ ਸਕੇ ਧਰਮ ਦੇ ਮਾਰਗ ਤੇ ਚੱਲਣ ਵਾਲੇ ਜਗਿਆਸੂ ਨੂੰ ਚਾਹੀਦਾ ਹੈ ਇਸ ਮਾਰਗ ਦੇ ਉੱਤੇ ਚੱਲਣਾ ਸ਼ੁਰੂ ਕਰ ਦੇਵੇ। ਸਰੀਰ ਦੇ ਤਕੜੇ ਰਹਿੰਦਿਆਂ ਪਹਿਲੀ ਉਮਰੇ ਹੀ ਜੇ ਕਿਤੇ ਪਰਮੇਸ਼ਰ ਦੇ ਰਸਤੇ ਦੀ ਲਗਨ ਲੱਗ ਜਾਵੇ ਤਾਂ ਇਹ ਮਾਰਗ ਸਹਿਜ ਦੇ ਵਿੱਚ ਤੈਅ ਹੋ ਸਕਦਾ ਹੈ। ਤੇ ਕਹਿੰਦੇ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ, ਛੇਤੀ ਦੇ ਨਾਲ ਪਰਮੇਸ਼ਰ ਦੇ ਰਸਤੇ ਤੇ ਤੁਰਨਾ ਸ਼ੁਰੂ ਕਰ ਦੇ। ਹੁਣ ਸਮਾਂ ਹੈ, ਫਿਰ ਤੈਨੂੰ ਸਮਾਂ ਪ੍ਰਾਪਤ ਨਹੀਂ ਹੋਵੇਗਾ, ਫਿਰ ਸਮਾਂ ਬੀਤ ਜਾਏਗਾ। ਹੁਣ ਅਗਲੇ ਸ਼ਬਦ ਦੇ ਵਿੱਚ ਬਾਬਾ ਜੀ ਕੀ ਫਰਮਾਨ ਕਰਦੇ ਨੇ, ਪ੍ਰੇਮ ਨਾਲ ਸਰਵਣ ਕਰੋ। ਸੂਹੀ ਲਲਿਤ ਬੇੜਾ ਬੰਧ ਨ ਸਕਿਓ, ਬੰਧਨ ਕੀ ਵੇਲਾ। ਬੇੜਾ ਬੰਧ ਨਾ ਸਕਿਓ। ਹੁਣ ਪਿਛਲੇ ਸ਼ਬਦ ਦੇ ਵਿੱਚ ਆਖਿਆ ਸੀ ਨਾ ਵੀ ਇਸ ਮਾਰਗ ਦੇ ਉੱਤੇ ਛੇਤੀ ਤੁਰਨਾ ਸ਼ੁਰੂ ਕਰ ਦੇ, ਪਰ ਕਹਿੰਦੇ ਨਹੀਂ ਆਖਾ ਮੰਨਿਆ ਗੁਰੂ ਕੇ ਪਿਆਰਿਆਂ ਦਾ, ਨਹੀਂ ਆਖਾ ਮੰਨਿਆ ਮਹਾਂਪੁਰਖਾਂ ਦਾ, ਗੁਰੂ ਜਨਾਂ ਦਾ ਆਖਾ ਨਹੀਂ ਮੰਨਿਆ, ਬੇੜਾ ਬੰਧ ਨਾ ਸਕਿਓ। ਇਸ ਸੰਸਾਰ ਤੋਂ ਪਾਰ ਉਤਰਨ ਵਾਸਤੇ ਜਿਹੜਾ ਬੇੜਾ ਚਾਹੀਦਾ ਸੀ, ਉਹ ਬੇੜਾ ਕਿਹੜਾ ਸੀ ਜੀ? ਨਾਮ ਦਾ। ਨਾਮ ਦਾ ਬੇੜਾ ਨਹੀਂ ਬੰਨਿਆ। ਬੰਧਨ ਕੀ ਵੇਲਾ, ਹੁਣ ਬੰਨਣੇ ਦਾ ਸਮਾਂ ਸੀ। ਹੁਣ ਸਮਾਂ ਸੀ ਜਿਹਦੇ ਕਰਕੇ ਸੰਸਾਰ ਤੋਂ ਤੂੰ ਪਾਰ ਉਤਰ ਸਕਦਾ ਸੀ। ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ। ਤੇਰਾ 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 ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ, ਚੜ ਕੇ ਪਾਰ ਲੰਘਣਾ ਬਈ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਚੜ ਕੇ ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਪਾਰ ਲੰਘਣਾ, ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ। ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ। ਨਾਮ ਤੁਲਹਾ, ਨਾਮ ਉਸ ਜਹਾਜ਼ ਦੀ ਤਰ੍ਹਾਂ ਹੈ ਜਿਸ ਵਿੱਚ ਬੈਠ ਕੇ ਭਵਸਾਗਰ ਤੋਂ ਪਾਰ ਲੰਘਣਾ ਹੈ। ਪਰ ਬਾਬਾ ਜੀ ਕਹਿੰਦੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਉਹ ਜਹਾਜ਼ ਤਿਆਰ ਹੀ ਨਹੀਂ ਕੀਤਾ। ਬੰਧਨ ਕੀ ਵੇਲਾ, ਵੇਲਾ ਕਿਹੜਾ ਸੀ ਜੀ? ਇਹ ਬੇੜਾ ਤਿਆਰ ਕਰਨ ਦੀ ਉਮਰ ਕਿਹੜੀ ਸੀ? ਜਦੋਂ ਸਰੀਰ ਤਕੜਾ ਹੈ, ਜਦੋਂ ਜਵਾਨੀ ਉਮਰ ਹੈ, ਜੁਆ ਅਵਸਥਾ ਹੈ। ਕਹਿੰਦੇ ਹੁਣ ਜਵਾਨੀ ਅਵਸਥਾ ਦੇ ਵਿੱਚ ਤੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਮਾਨਾਈਆਂ ਕੀਤੀਆਂ, ਉਹ ਸਮਾਂ ਗਵਾ ਲਿਆ। ਪਰ ਸਰਬਰ ਜਬ ਉਛਲੇ ਤਬ ਤਰਨ ਦੁਹੇਲਾ। ਹੁਣ ਜਦੋਂ ਇਹ ਵੇਲਾ ਜਵਾਨੀ ਦਾ ਨਿਕਲ ਗਿਆ, ਵਿਕਾਰ ਨੱਕੋ ਨੱਕ ਭਰੇ ਪਏ ਨੇ ਹੁਣ ਇਹਦੇ ਅੰਦਰ। ਉਹ ਬਿਰਤੀ ਇੰਨੀ ਪਰਪੱਕ ਹੋ ਚੁੱਕੀ ਹੈ, ਜਿਹੜੇ ਰਸਾਂ ਕਸਾਂ ਦੇ ਵਿੱਚ ਸਾਰੀ ਜ਼ਿੰਦਗੀ ਲੰਘਾਈ ਹੈ, ਹੁਣ ਬੁਢੇਪੇ ਦੇ ਵਿੱਚ ਉਹਨਾਂ ਤੋਂ ਖਹਿੜਾ ਛੁੱਟਣਾ ਔਖਾ ਹੈ। ਹੁਣ ਤੇਰਾ ਤਰਨਾ ਕਿਵੇਂ ਹੋਵੇ? ਸਾਰਾ ਜੀਵਨ ਨਿੰਦਿਆ ਸੁਣਨ ਦਾ ਆਦੀ ਹੋ ਗਿਆ, ਹੁਣ ਬੁਢੇਪੇ ਦੇ ਵਿੱਚ ਵੀ ਉਹੀ ਚੀਜ਼ ਚਾਹੀਦੀ ਹੈ। ਹੁਣ ਬੁਢੇਪੇ ਦੇ ਵਿੱਚ ਵੀ ਇਹਨੂੰ ਨਾਮ ਨਹੀਂ ਚੰਗਾ ਲੱਗਦਾ, ਹੁਣ ਨਿੰਦਿਆ ਚੰਗੀ ਲੱਗਦੀ ਹੈ। ਸਾਰੀ ਜ਼ਿੰਦਗੀ ਰਸਨਾ ਦੁਆਰਾ ਦੂਜਿਆਂ ਦੀਆਂ ਬੁਰਾਈਆਂ ਕੀਤੀਆਂ ਨੇ, ਦੂਜਿਆਂ ਨੂੰ ਮਾੜਾ ਹੀ ਬੋਲਿਆ ਹੈ। ਹੁਣ ਆਪਣੀ ਰਸਨਾ ਤੋਂ ਨਾਮ ਜਪਦਾ ਵੀ ਹੈ ਤੇ ਇਹਨੂੰ ਕੋਈ ਰਸ ਨਹੀਂ ਆਉਂਦਾ, ਇਹਨੂੰ ਰਸ ਆਉਂਦਾ ਹੈ ਦੂਜਿਆਂ ਦੀ ਨਿੰਦਿਆ ਕਰਕੇ। ਨਾਮ ਦੇ ਸੁਣਨ ਵਿੱਚ ਰਸ ਨਹੀਂ ਆ ਰਿਹਾ, ਨਾਮ ਦੇ ਜਪਣ ਵਿੱਚ ਰਸ ਨਹੀਂ ਆ ਰਿਹਾ। ਕਿਉਂ ਨਹੀਂ ਆ ਰਿਹਾ? ਕਿਉਂਕਿ ਜਿਹੜੀ ਪਿਛਲੀ ਜ਼ਿੰਦਗੀ ਬੀਤੀ ਹੈ ਉਹਦੇ ਵਿੱਚ ਇਹ ਕੰਮ ਕੀਤਾ ਹੀ ਨਹੀਂ ਸੀ। ਹੁਣ ਜੇ ਬੈਠਦਾ ਵੀ ਹੈ, ਧਿਆਨ ਲਗਾਉਣ ਦੀ ਕੋਸ਼ਿਸ਼ ਵੀ ਕਰਦਾ ਹੈ, ਤੇ ਬਿਰਤੀ ਦੇ ਵਿੱਚ ਤੇ ਬਹੁਤ ਗੰਦਗੀ ਭਰੀ ਹੋਈ ਹੈ, ਉਹੀ ਵਾਰ-ਵਾਰ ਅੱਗੇ ਆਈ ਜਾਂਦੀ ਹੈ। ਉਹ ਗੰਦਗੀ ਦੇ ਕਾਰਨ ਹੀ ਇਹਦੀ ਬਿਰਤੀ ਨਹੀਂ ਜੁੜਦੀ। ਹੁਣ ਵਿਕਾਰਾਂ ਦੇ ਨਾਲ ਤੇ ਨੱਕੋ ਨੱਕ ਭਰਿਆ ਹੋਇਆ, ਹੁਣ ਇਹਦਾ ਤਰਨਾ ਬੜਾ ਔਖਾ ਹੈ। ਹੱਥ ਨਾ ਲਾਏ ਕਸੁੰਭੜੈ ਜਲ ਜਾਸੀ ਢੋਲਾ। ਹੁਣ ਜਿਸ ਚੀਜ਼ ਨੂੰ ਇਹ ਆਪਣਾ ਸਦਾ ਦਾ ਸਾਥੀ ਮੰਨੀ ਬੈਠਾ ਸੀ, ਉਹ ਤੇ ਕਸੁੰਭੇ ਦੇ ਫੁੱਲ ਦੀ ਤਰ੍ਹਾਂ, ਜਿਵੇਂ ਕਸੁੰਭੇ ਦੇ ਫੁੱਲ ਨੂੰ ਹੱਥ ਲੱਗਣ ਦੀ ਦੇਰ ਹੈ ਤੇ ਉਹ ਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ, ਸੜ ਜਾਂਦਾ ਹੈ। ਕਹਿੰਦੇ ਮਾਇਆ ਤਾਂ ਇਸ ਤਰ੍ਹਾਂ ਸੀ, ਇਹ ਵਿਕਾਰ ਤੇ ਇਸ ਤਰ੍ਹਾਂ ਸੀ। ਹੱਥ ਨਾ ਲਾਈ ਕਸੁੰਭੜਾ ਜਲ ਜਾਸੀ ਢੋਲਾ, ਇਹ ਤੇ ਛੇਤੀ ਨਸ਼ਟ ਹੋ ਜਾਣ ਵਾਲੇ ਪਦਾਰਥ ਹਨ, ਇਹ ਤੇਰੇ ਨਾਲ ਨਿਭਣ ਵਾਲੇ ਨਹੀਂ ਸਨ। ਰਹਾਓ ਇੱਕ ਆਪੀ ਨੇ ਪਤਲੀ ਸਹਿ ਕੇ ਰੇ ਬੁਲਾ। ਇੱਕ ਜਗਿਆਸੂ ਜਨ, ਇੱਕ ਆਪੀ ਨੇ ਪਤਲੀ ਸਹਿ ਕੇਰੇ ਬੋਲਾ। ਹੁਣ ਆਤਮਿਕ ਜੀਵਨ ਜਿਨ੍ਹਾਂ ਦਾ ਕਮਜ਼ੋਰ ਹੈ, ਜਿਨ੍ਹਾਂ ਦੀ ਆਤਮਿਕ ਜੀਵਨ ਦੀ ਪਰਪੱਕਤਾ ਨਹੀਂ ਹੈ, ਉਹਨੂੰ ਪ੍ਰਭੂ ਦੇ ਦਰ ਤੋਂ ਅਨਾਦਰੀ ਦੇ ਬੋਲ ਸਹਿਣੇ ਪੈਂਦੇ ਨੇ। ਇੱਕ ਤਾਂ ਆਦਰ ਵਾਲੇ ਬੋਲ ਹੁੰਦੇ ਨੇ ਨਾ ਜੀ, ਇੱਕ ਅਨਾਦਰ ਦੇ ਬੋਲ ਹੁੰਦੇ ਨੇ। ਕਹਿੰਦੇ ਉਹਨਾਂ ਨੂੰ ਉਹ ਅਨਾਦਰ ਦੇ ਬੋਲ ਸਹਿਣੇ ਪੈਂਦੇ ਨੇ ਜਿਨ੍ਹਾਂ ਦੀ ਆਤਮਿਕ ਅਵਸਥਾ ਕਮਜ਼ੋਰ ਹੈ। ਦੁੱਧ ਥਣੀ ਨਾ ਆ ਗਈ ਫਿਰ ਹੋਏ ਨਾ ਮੇਲਾ। ਦੁੱਧਾਂ ਥਣੀ ਨਾ ਆਵਈ, ਜਿਹੜਾ ਦੁੱਧ ਇੱਕ ਵਾਰੀ ਥਣਾ ਵਿੱਚੋਂ ਨਿਕਲ ਗਿਆ ਉਹ ਦੁਬਾਰਾ ਥਣਾ ਰਾਹੀਂ ਵਾਪਸ ਨਹੀਂ ਆਉਂਦਾ। ਜਿਹੜਾ ਸਮਾਂ ਇੱਕ ਵਾਰੀ ਬੀਤ ਗਿਆ, ਮਨੁੱਖਾ ਦੇਹੀ ਦਾ ਸਮਾਂ, ਜਵਾਨੀ ਦਾ ਸਮਾਂ ਜਿਹੜਾ ਇੱਕ ਵਾਰੀ ਲੰਘ ਜਾਣਾ ਹੈ, ਉਹ ਦੁਬਾਰਾ ਮੁੜ ਕੇ ਆਉਣਾ ਨਹੀਂ ਹੈ।
ਫਿਰ ਹੋਏ ਨਾ ਮੇਲਾ ਤੇ ਫਿਰ ਜੇ ਕਹੇ ਵੀ ਫਿਰ ਇਹ ਦੇਹੀ ਦਾ ਸਮਾਂ ਬੀਤਣ ਤੋਂ ਬਾਅਦ ਕਿਸੇ ਤਰ੍ਹਾਂ ਮਿਲਾਪ ਹੋ ਜਾਏ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮੇਲਾ ਨਹੀਂ ਹੋ ਸਕਦਾ। ਫਿਰ ਕਹਿ ਫਰੀਦ ਸਹੇਲਿਓ ਸੋਹ ਅਲਾਏ ਸੀ। ਬਾਬਾ ਫਰੀਦ ਜੀ ਕਹਿੰਦੇ ਨੇ ਸੋਹ ਅਲਾਏ ਸੀ, ਮੇਰਾ ਮਾਲਕ ਸੱਦਾ ਦਿੰਦਾ ਹੈ, ਬੁਲਾਉਂਦਾ ਹੈ ਸਭ ਨੂੰ। ਪ੍ਰਭੂ ਤਾਂ ਹਮੇਸ਼ਾ ਸਭ ਨੂੰ ਬੁਲਾ ਰਿਹਾ ਹੈ, ਪ੍ਰਭੂ ਤਾਂ ਹਮੇਸ਼ਾ ਸਭ ਨੂੰ ਇਸ ਪਾਸੇ ਨੂੰ ਲਾਉਣ ਦਾ ਯਤਨ ਕਰ ਰਿਹਾ ਹੈ। ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ। ਹੁਣ ਜਿਹੜੇ ਆਤਮਿਕ ਤੌਰ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਲ, ਅੱਲਾ ਦੇ ਨਾਲ ਜੁੜੇ ਹੋਏ ਨੇ, ਉਹ ਜੁੜਿਆਂ ਹੋਇਆਂ ਨੂੰ ਜਦੋਂ ਉਹਦਾ ਸੱਦਾ ਆਉਂਦਾ ਨਾ ਜੀ, ਸੱਦਾ ਆਉਂਦਾ ਹੰਸ ਚੱਲ ਸੀ ਡੁੰਮਣਾ, ਫਿਰ ਇਹ ਜੀਵਾਤਮਾ ਰੂਪੀ ਹੰਸ ਇਸ ਸਰੀਰ ਨੂੰ ਛੱਡ ਕੇ ਚਲਿਆ ਜਾਂਦਾ ਉਸ ਪਰਮੇਸ਼ਰ ਵੱਲ। ਪਰਮੇਸ਼ਰ ਵਿੱਚ ਅਭੇਦ ਹੋ ਜਾਂਦਾ ਹੈ। ਤੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਜਾਂਦੇ ਤੇ ਉਹ ਵੀ ਨੇ ਸੰਸਾਰ ਤੋਂ, ਪਰ ਉਹ ਨਿੰਮੋ ਝੂਣੇ ਹੋ ਕੇ, ਨੀਵੀਂ ਪਾ ਕੇ, ਸ਼ਰਮਿੰਦੇ ਹੋ ਕੇ ਜਾਂਦੇ ਨੇ। ਤੇ ਬਾਬਾ ਜੀ ਇੱਕ ਜਗ੍ਹਾ ਬਚਨ ਕਰਦੇ ਨੇ ਸ਼ਲੋਕਾਂ ਦੇ ਵਿੱਚ, ਫਰੀਦਾ ਜਿਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ। ਉਹ ਕੰਮ ਨਾ ਕਰ ਜਿਹੜੇ ਕੰਮਾਂ ਕਰਕੇ ਤੈਨੂੰ ਉਸ ਸਾਈਂ ਦੇ ਦਰ ਤੇ ਸ਼ਰਮਿੰਦੇ ਹੋਣਾ ਪਵੇ, ਉਸ ਮਾਲਕ ਦੇ ਦਰ ਤੇ ਤੈਨੂੰ ਸ਼ਰਮਿੰਦੇ ਹੋਣਾ ਪਵੇ, ਉਹ ਕੰਮ ਨਾ ਕਰ। ਕਿਉਂਕਿ ਇਹ ਜਿਹੜਾ ਸਰੀਰ ਹੈ ਇਹ ਤਨ ਢੇਰੀ ਥੀ ਸੀ, ਇਹਨੇ ਤੇ ਮਿੱਟੀ ਦੀ ਢੇਰੀ ਬਣ ਜਾਣਾ ਹੈ। ਜੇ ਤੇਰਾ ਮਾਇਆ ਦੇ ਵਿੱਚ ਪ੍ਰੇਮ ਪਿਆ ਹੋਇਆ ਤੇ ਜਿੱਦਣ ਇਹ ਸਰੀਰ ਨੂੰ ਛੱਡ ਕੇ ਜਾਏਗਾ, ਮਾਇਆ ਨੂੰ ਛੱਡ ਕੇ ਜਾਏਗਾ ਨਾ, ਤੇ ਫਿਰ ਤੈਨੂੰ ਛੱਡਣਾ ਔਖਾ ਹੋ ਜਾਣਾ। ਕਿਉਂਕਿ ਨੇਹੋਂ ਲੱਗਿਆ ਹੋਇਆ ਪਦਾਰਥਾਂ ਦੇ ਵਿੱਚ, ਮਾਇਆ ਦੇ ਵਿੱਚ ਛੱਡ ਕੇ ਜਾਣਾ ਔਖਾ ਹੋ ਜਾਏਗਾ। ਫਿਰ ਔਖਾ ਹੋ ਕੇ ਜਾਏਗਾ, ਤੜਫੇਗਾ ਜਾਂਦਾ ਹੋਇਆ ਵੀ ਮੈਂ ਇੰਨਾ ਕੁਝ ਇਕੱਠਾ ਕੀਤਾ। ਜਿਵੇਂ ਬਾਣੀ 'ਚ ਬਚਨ ਆਉਂਦਾ ਮਹਾਰਾਜ ਦਾ, ਕਹਿੰਦੇ ਰਾਤ ਕਾਰਨ ਧਨ ਸੰਚੀਐ ਭਲ ਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਫਿਰ ਪਛਤਾਉਂਦਾ ਹੈ ਵੀ ਇੰਨੀ ਜਾਇਦਾਦ ਬਣਾਈ ਨਾਲ ਗਈ, ਇੰਨਾ ਪੈਸਾ ਇਕੱਠਾ ਕੀਤਾ ਰਹਿ ਗਿਆ ਇੱਥੇ ਬੈਂਕ 'ਚ ਪਿਆ ਰਹਿ ਗਿਆ, FD ਬਣੀ ਰਹਿ ਗਈ, ਗਿਆ ਇਹਨਾਂ ਨਾਲ। ਹੁਣ ਉਹ ਲੱਖਾਂ ਤੇ ਕਰੋੜਾਂ ਵਾਲਿਆਂ ਨੂੰ, ਅਰਬਾਂ ਪਤੀਆਂ ਨੂੰ, ਜਾਇਦਾਦਾਂ ਵਾਲਿਆਂ ਨੂੰ ਸੰਸਾਰ ਤੋਂ ਜਾਣਾ ਬੜਾ ਔਖਾ ਹੋ ਜਾਂਦਾ ਹੈ। ਇਸ ਪਕੜ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ। ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਡੁੱਬਦੇ ਵੇਖੇ ਆ, ਕਹਿੰਦੇ ਉਹ ਡੁੱਬਦੇ ਵੇਖੇ। ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ। ਬਾਬਾ ਫਰੀਦ ਜੀ ਤੁਰੇ ਜਾ ਰਹੇ ਸੀ ਕਿ ਕਿਸੇ ਦੇ ਰੋਣ ਦੀ ਆਵਾਜ਼ ਸੁਣੀ। ਸਾਧੂਆਂ ਦਾ ਹਿਰਦਾ ਬੜਾ ਨਰਮ ਹੁੰਦਾ ਜੀ, ਤੇ ਧੰਨ ਬਾਬਾ ਫਰੀਦ ਸਾਹਿਬ ਜੀ ਜਿੱਧਰੋਂ ਰੋਣ ਦੀ ਆਵਾਜ਼ ਆ ਰਹੀ ਸੀ ਨਾ ਜੀ, ਉੱਧਰ ਚਲੇ ਗਏ। ਜਿਸ ਘਰ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਸੀ, ਬਾਬਾ ਜੀ ਨੇ ਬੂਹਾ ਖੜਕਾਇਆ। ਬੂਹਾ ਖੜਕਾਇਆ ਤੇ ਅੰਦਰੋਂ ਇੱਕ ਇਸਤਰੀ ਜੀ ਦੇ ਹੱਥ ਦੇ ਵਿੱਚ ਹੰਟਰ ਫੜਿਆ ਹੋਇਆ ਹੈ, ਅੱਖਾਂ ਬੜੀਆਂ ਲਾਲ ਨੇ। ਉਹ ਗੁੱਸੇ ਵਿੱਚ ਬੂਹਾ ਖੋਲ੍ਹਦੀ ਹੈ ਤੇ ਨਾਲੇ ਬਾਬਾ ਜੀ ਨੂੰ ਪੁੱਛਦੀ ਹੈ, ਦੱਸ ਕੀ ਗੱਲ ਹੈ। ਬਾਬਾ ਜੀ ਕਹਿੰਦੇ, ਬੀਬਾ ਇੱਥੋਂ ਕਿਸੇ ਦੇ ਰੋਣ ਦੀ ਆਵਾਜ਼ ਆਈ ਸੀ। ਹੁਣ ਉਹਦੇ ਪਿਛਲੇ ਪਾਸੇ ਉਹਦੀ ਨੌਕਰਾਣੀ ਰੋ ਰਹੀ ਹੈ ਖੜੀ। ਬਾਬਾ ਜੀ ਕਹਿੰਦੇ ਨੇ, ਇਹਨੂੰ ਕਿਉਂ ਮਾਰਿਆ ਹੈ, ਕਿਉਂ ਰੋਂਦੀ ਹੈ। ਤੇ ਉਹ ਜਿਹਨੇ ਬੂਹਾ ਖੋਲ੍ਹਿਆ ਨਾ ਜੀ, ਜਿਹਦੇ ਹੱਥ ਵਿੱਚ ਹੰਟਰ ਫੜਿਆ ਹੋਇਆ ਹੈ, ਉਹ ਬੀਬਾ ਕਹਿਣ ਲੱਗੀ, ਕਹਿੰਦੀ ਇਹ ਮੇਰੀ ਨੌਕਰਾਣੀ ਹੈ, ਮੇਰੀ ਗੋਲੀ ਹੈ। ਇਹਨੇ ਸੁਰਮਾ ਪੀਸਿਆ ਮੇਰੇ ਅੱਖਾਂ ਵਿੱਚ ਪਾਉਣ ਲਈ, ਪਰ ਸੁਰਮਾ ਇਹਨੇ ਅੱਜ ਧਿਆਨ ਨਾਲ ਨਹੀਂ ਪੀਸਿਆ, ਸੁਰਮਾ ਬਰੀਕ ਨਹੀਂ ਕੀਤਾ। ਤੇ ਜਦੋਂ ਮੈਂ ਆਪਣੇ ਅੱਖਾਂ ਵਿੱਚ ਉਹ ਧਾਰ ਪਾਈ ਹੈ ਕਜਲੇ ਦੀ, ਤੇ ਉਹ ਹੁਣ ਬਰੀਕ ਨਾ ਹੋਣ ਕਰਕੇ ਮੇਰੇ ਅੱਖਾਂ ਵਿੱਚ ਰੜਕ ਪੈਂਦੀ ਹੈ ਤੇ ਮੇਰੇ ਅੱਖਾਂ 'ਚੋਂ ਪਾਣੀ ਨਿਕਲਦਾ ਤੇ ਮੇਰੇ ਚਿਹਰੇ ਦਾ ਕੀਤਾ ਹੋਇਆ ਸ਼ਿੰਗਾਰ ਖਰਾਬ ਹੋ ਰਿਹਾ। ਮੇਰੇ ਚਿਹਰੇ ਦਾ ਕੀਤਾ ਹੋਇਆ ਸ਼ਿੰਗਾਰ ਅੱਖਾਂ ਦੇ ਪਾਣੀ ਨਾਲ ਖਰਾਬ ਹੋ ਰਿਹਾ, ਇਸ ਕਰਕੇ ਮੈਂ ਇਹਨੂੰ ਮਾਰਿਆ ਹੈ। ਤੇ ਬਾਬਾ ਜੀ ਕਹਿੰਦੇ, ਬੀਬਾ ਇਸ ਦੇਹੀ ਦਾ ਇੰਨਾ ਮਾਣ ਨਹੀਂ ਕਰੀਦਾ, ਮਾਣ ਨਹੀਂ ਕਰੀਦਾ।
ਤੇ ਉਹ ਬੀਬੀ ਕਹਿਣ ਲੱਗੀ, ਜਾ ਜਾ ਫਕੀਰਾ ਤੂੰ ਆਪਣੇ ਰਾਹ ਤੁਰ, ਤੈਨੂੰ ਕੀ ਪਤਾ ਸ਼ਿੰਗਾਰ ਕੀ ਹੁੰਦਾ, ਤੈਨੂੰ ਕੀ ਪਤਾ, ਤੁਰਿਆ ਚੱਲ। ਤੋ ਇਸ ਪ੍ਰਕਾਰ ਬਾਬਾ ਫਰੀਦ ਜੀ ਚਲੇ ਜਾਂਦੇ ਨੇ ਉੱਥੋਂ। ਕਾਫੀ ਸਾਲਾਂ ਬਾਅਦ ਉਸ ਇਲਾਕੇ ਦੇ ਵਿੱਚੋਂ ਲੰਘਦੇ ਆ, ਜੰਗਲ ਦੇ ਇਲਾਕੇ ਦੇ ਵਿੱਚੋਂ ਜਦੋਂ ਬਾਬਾ ਜੀ ਉੱਥੋਂ ਨੇੜਿਓਂ ਲੰਘ ਰਹੇ ਆ, ਕਿਸੇ ਦਾ ਮਨੁੱਖੀ ਸਰੀਰ ਦਾ ਕਰੰਗ ਪਿਆ ਹੈ, ਕੰਕਾਲ ਪਿਆ ਹੈ। ਉਹਦੀ ਜਿਹੜੀ ਖੋਪੜੀ ਹੈ, ਖੋਪੜੀ ਦੇ ਵਿੱਚ ਪੰਛੀ ਨੇ ਆਲਣੇ ਦਿੱਤਾ, ਆਲਣਾ ਪਾਇਆ ਹੋਇਆ ਤੇ ਬੱਚੇ ਦਿੱਤੇ ਹੋਏ ਆ। ਉਹ ਜਿਹੜਾ ਅੱਖਾਂ ਦਾ ਥਾਂ ਹੈ ਨਾ, ਉਹਦੇ ਵਿੱਚੋਂ ਜਿਹੜੇ ਬੱਚੇ ਨੇ ਉਹ ਕਦੇ ਬਾਹਰ ਨਿਕਲਦੇ ਨੇ, ਕਦੇ ਫੇਰ ਵਿੱਚ ਬਹਿ ਜਾਂਦੇ ਆ ਜਾ ਕੇ। ਮਨੁੱਖੀ ਖੋਪੜੀ ਦੇ ਵਿੱਚ ਇਦਾਂ ਆਲਣਾ ਪਾਇਆ ਹੋਇਆ ਦੇਖ ਕੇ ਬਾਬਾ ਜੀ ਬਹੁਤ ਬਰਾਗ ਵਿੱਚ ਆ ਗਏ ਵੀ ਇਹ ਕਿਹਦਾ ਸਰੀਰ ਹੋਏਗਾ। ਅੰਤਰਯਾਮਤਾ ਦੇ ਨਾਲ ਜਦੋਂ ਬਾਬਾ ਜੀ ਨੇ ਵੇਖਿਆ, ਓਹੋ ਇਹ ਤੇ ਉਹੀ ਬੀਬੀ ਸੀ, ਇਹ ਤੇ ਉਹੀ ਔਰਤ ਸੀ। ਤੇ ਬਾਬਾ ਫਰੀਦ ਜੀ ਬਹੁਤ ਵਿਰਾਗ ਦੇ ਵਿੱਚ ਆ ਕੇ ਆਪਣੇ ਮਰੀਦਾਂ ਨੂੰ ਕਹਿੰਦੇ ਨੇ, ਵੇਖੋ ਇੱਕ ਦਿਨ ਸੀ ਇਸ ਬੀਬੀ ਤੋਂ ਕੱਜਲੇ ਦੀ ਧਾਰ ਨਹੀਂ ਸੀ ਸਹਿ ਹੋਈ, ਕਿਉਂਕਿ ਕੱਜਲ ਸੁਰਮਾ ਮੋਟਾ ਪੀਸਿਆ ਗਿਆ ਸੀ, ਇਹ ਤੋਂ ਸਹਿ ਨਹੀਂ ਸੀ ਹੋਈ। ਪਰ ਅੱਜ ਜਿਹੜੀ ਦੇਹੀ ਦਾ ਜਿਸ ਸਰੀਰ ਦਾ ਮਾਣ ਕਰਦੀ ਸੀ, ਉਹਨਾਂ ਅੱਖਾਂ ਦੇ ਵਿੱਚ ਪੰਛੀਆਂ ਨੇ ਆਲਣੇ ਪਾਏ ਹੋਏ ਨੇ। ਬਾਬਾ ਜੀ ਨੇ ਬਚਨ ਉਚਾਰਨ ਕੀਤਾ, ਕਹਿੰਦੇ ਜਿਨ ਲੋਇਣ ਜਗ ਮੋਹਿਆ, ਜਿਹੜੀਆਂ ਅੱਖਾਂ ਦੇ ਨਾਲ ਸੰਸਾਰ ਨੂੰ ਮੋਹਿਆ ਹੋਇਆ ਸੀ। ਉਹ ਬੀਬੀ ਨੱਚਣ ਗਾਉਣ ਵਾਲੀ ਸੀ ਤੇ ਬਾਬਾ ਜੀ ਕਹਿੰਦੇ ਨੇ ਇਹਨਾਂ ਅੱਖਾਂ ਦੇ ਨਾਲ ਸੰਸਾਰ ਨੂੰ ਮੋਹਿਆ ਹੋਇਆ ਸੀ। ਇਹਨੇ ਜਿਹੜਾ ਇਹਦਾ ਨਾਚ ਗਾਣਾ ਵੇਖਦਾ ਸੀ, ਇਹਦੇ ਤੇ ਮੋਹਿਤ ਹੋ ਜਾਂਦਾ ਸੀ ਤੇ ਬਾਰ-ਬਾਰ ਇਹਦੇ ਕੋਲ ਆ ਕੇ ਇਹਦਾ ਅਖਾੜਾ ਦੇਖਦਾ ਸੀ। ਕਹਿੰਦੇ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਮੈਂ ਉਹ ਅੱਖਾਂ ਵੇਖੀਆਂ ਜਿਨ੍ਹਾਂ ਨੇ ਸੰਸਾਰ ਨੂੰ ਮੋਹਿਆ ਹੋਇਆ ਸੀ। ਇੱਕ ਦਿਨ ਉਹ ਸੀ ਜਿੱਦਣ ਕੱਜਲੇ ਦੀ ਧਾਰ ਨਹੀਂ ਸੀ ਸਹੀ ਜਾਂਦੀ, ਤੇ ਇੱਕ ਦਿਨ ਅੱਜ ਹੈ ਕੱਜਲ ਰੇਖ ਨਾ ਸਹਿੰਦੀਆਂ। ਇੱਕ ਦਿਨ ਤੇ ਕੱਜਲੇ ਦੀ ਧਾਰ ਨਹੀਂ ਸੀ ਸਹੀ ਜਾਂਦੀ, ਤੇ ਅੱਜ ਸੇ ਪੰਖੀ ਸੋਏ ਬਹਿਠ, ਅੱਜ ਇਹਨਾਂ ਅੱਖਾਂ ਦੇ ਵਿੱਚ ਪੰਛੀਆਂ ਨੇ ਆਲਣੇ ਪਾਏ ਹੋਏ ਨੇ। ਆਹ ਪੰਕਤੀ ਪੜ੍ਹ ਕੇ ਤੇ ਫਿਰ ਸਮਾਪਤੀ ਕਰੀਏ। ਵੇ ਜਿਹੜੀਆਂ ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਅੱਖੀਆਂ ਕੱਜਲ ਨਹੀਂ ਸੀ, ਪੰਛੀਆਂ ਨੇ ਪਾ ਲਏ ਆਲਣੇ। ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਜਿਹੜੀਆਂ ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਮੇਰੇ ਪਿਆਰੇ ਪੰਛੀਆਂ ਨੇ ਪਾ ਲਏ ਆਲਣੇ, ਮੇਰੇ ਪਿਆਰੇ ਪੰਛੀਆਂ ਨੇ ਪਾ ਲਏ ਆਲਣੇ। 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 ਜਿਹੜੀਆਂ ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਜਿਹੜੀਆਂ ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਜਿਹੜੀਆਂ ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਜਿਹੜੀਆਂ ਅੱਖੀਆਂ ਕੱਜਲ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲਏ ਆਲਣੇ। ਜਿਹੜੀਆਂ
ਆਗ ਜਲ ਰਹਿੰਦੀ ਸਈਆ ਪੰਛੀਆਂ ਦੇ ਮਾਰਿਆ ਲੜੇ। ਇਸ ਪ੍ਰਕਾਰ ਧੰਨ ਬਾਬਾ ਫਰੀਦ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਦੇ ਵਿੱਚੋਂ ਬਹੁਤ ਵਿਰਾਗਮਈ ਉਪਦੇਸ਼ ਮਿਲਦਾ ਹੈ। ਬਾਬਾ ਫਰੀਦ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਸਰੀਰ ਧਾਰਨ ਤੋਂ ਤਕਰੀਬਨ 202-203 ਸਾਲ ਪਹਿਲਾਂ ਸਰੀਰ ਕਰਕੇ ਸੰਸਾਰ ਤੋਂ ਓਹਲਾ ਕਰ ਗਏ ਸੀ ਤੇ ਬਾਬਾ ਫਰੀਦ ਸਾਹਿਬ ਜੀਆਂ ਦੀ ਉਹ ਗੱਦੀ ਚੱਲ ਰਹੀ ਸੀ ਤੇ ਅੱਗੇ ਤੋਂ ਅੱਗੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨਾਲ ਬਾਬਾ ਫਰੀਦ ਸਾਹਿਬ ਜੀਆਂ ਦੀ ਗੱਦੀ ਦੇ ਉੱਤੇ ਜਿਹੜੇ ਮਹਾਂਪੁਰਖ ਸਨ ਉਸ ਵੇਲੇ ਉਹਨਾਂ ਦਾ ਮਿਲਾਪ ਹੋਇਆ ਸੀ ਤੇ ਬਾਬਾ ਫਰੀਦ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਮਹਾਰਾਜ ਫਿਰ ਉਹਨਾਂ ਦੇ ਕੋਲੋਂ ਪਾਕਪਟਨ ਤੋਂ ਲੈ ਕੇ ਆਏ ਸੀ। ਤਕਰੀਬਨ 93-94 ਸਾਲ ਦੀ ਉਮਰ ਇਤਿਹਾਸਕਾਰਾਂ ਅਨੁਸਾਰ ਬਾਬਾ ਫਰੀਦ ਸਾਹਿਬ ਦੀ ਸਰੀਰ ਕਰਕੇ ਹੋਈ ਹੈ। ਮਹਾਨ ਸੂਫੀ ਸੰਤ, ਸੂਫੀ ਫਕੀਰ, ਮਹਾਨ ਤਤਿਕਸ਼ਾ ਘਾਲਣਾ ਘਾਲੀ ਜਿਨ੍ਹਾਂ ਨੇ ਧੰਨ ਬਾਬਾ ਫਰੀਦ ਸਾਹਿਬ ਜੀਆਂ ਦੇ ਚਰਨਾਂ ਤੇ ਸੀਸ ਰੱਖ ਕੇ ਕੋਟ-ਕੋਟ ਮੇਰੀ ਨਮਸਕਾਰ ਹੈ। ਬਾਬਾ ਫਰੀਦ ਸਾਹਿਬ ਜੀਆਂ ਦੇ ਇਤਿਹਾਸਕ ਅਸਥਾਨ ਪੰਜਾਬ ਦੇ ਵਿੱਚ ਬਹੁਤ ਥਾਈਂ ਨੇ। ਸਾਥੋਂ ਤਕਰੀਬਨ 12-15 ਕਿਲੋਮੀਟਰ ਦੀ ਦੂਰੀ ਤੇ ਹੈ ਨਗਰ ਗੋਹਣ, ਉੱਥੇ ਬਾਬਾ ਜੀ ਦਾ ਤਪ ਸਥਾਨ ਹੈ, ਇਤਿਹਾਸਕ ਸਥਾਨ ਹੈ। ਫਲੌਰ ਦੇ ਲਾਗੇ ਇੱਕ ਪਿੰਡ ਪੈਂਦਾ ਤੇਹਿੰਗ, ਉੱਥੇ ਬਾਬਾ ਜੀ ਦਾ ਤਪ ਸਥਾਨ ਹੈ ਜੀ। ਤੇ ਇਸੇ ਪ੍ਰਕਾਰ ਹੋਰ ਵੀ ਬੇਅੰਤ ਸਥਾਨ ਪੰਜਾਬ ਦੀ ਧਰਤੀ ਤੇ ਬਾਬਾ ਫਰੀਦ ਸਾਹਿਬ ਜੀਆਂ ਦੇ ਹਨ। ਤੋ ਇਸ ਸਾਧ ਸੰਗਤ ਜੀ ਉਹਨਾਂ ਮਹਾਨ ਮਹਾਂਪੁਰਖਾਂ ਦੇ ਜੀਵਨ ਤੋਂ, ਉਹਨਾਂ ਦੀ ਬਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਇਹ ਜੀਵਨ ਬੜਾ ਕੀਮਤੀ ਹੈ, ਸਵਾਸ ਬੜੇ ਕੀਮਤੀ ਨੇ। ਗੁਰੂ ਵਾਲੇ ਬਣ ਕੇ ਤੇ ਗੁਰੂ ਦੇ ਬਚਨਾਂ ਤੇ ਪਹਿਰਾ ਦੇ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਜੇ ਸਫਲ ਬਣਾ ਲਾਂਗੇ ਫਿਰ ਕੀ ਹੋਏਗਾ ਜੀ? ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭਨਾਂ ਦੀ ਹਾਜ਼ਰੀ, ਦੇਸ਼ ਵਿਦੇਸ਼ ਦੇ ਵਿੱਚ ਜਿਤਨੀਆਂ ਵੀ ਸੰਗਤਾਂ ਆਪ ਜੀ ਜੁੜਦੇ ਹੋ ਸਭਨਾਂ ਦੀ ਸਤਿਗੁਰੂ ਹਾਜ਼ਰੀ ਪ੍ਰਵਾਨ ਕਰਨ। ਸਭਨਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।